ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੰਦਰ ਮਹਾਦੇਵ ਜੋਗ ਕਰੀ ਹੁਣ ਦੇਦ ਬਰੰਤ ਵਿਚਾਰ ਰਹਿਓ ਹਰ ਜਾਪ ਨ ਛਾਡਾ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਕਾਰਨ ਕੋ ਗੁਰ ਜੋਤ ਅਰਜਨ ਮਾਹਿ ਧਰੇ ਜਬ ਲੋ ਨਹੀਂ ਭਾਗ ਲਾਰੇ ਉਦਾਰ ਤਬ ਲੋ ਭ੍ਰਮ ਤੇ ਫਿਰਤੇ ਬਹਕਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬੂ ਮਿਟ ਹੈ ਨਹੀਂ ਰੇ ਪਛਤਾਇਓ ਸਤ ਵਿਚਾਰਿਆ ਮਥੁਰਾ ਜਗ ਕਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਨਿਤ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਰਬ ਦੁਆਰ ਕੋ ਛਾੜ ਕੈ ਨਰੋ ਤੁਹਾਰੋ ਦੁਆਰ ਵਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਰਠ ਮਹੱਲਾ ਪੰਜਵਾ। ਮਿਰਤਕ ਕਾ ਪਾਇਓ ਤਨ ਸਾਸਾ ਵਿਚਰਤ ਆਨ ਮਿਲਾਇਆ ਪਸ਼ੂ ਪ੍ਰੇਤ ਮੁਗਧ ਭੈ ਸਰੋਤੇ ਹਰ ਨਾਮਾ ਮੁਖ ਗਾਇਆ ਮਿਰਤਕ ਕਾ ਪਾਇਓ ਤਨ ਸਾਸਾ ਵਿਚਰਤ ਆਨ ਮਿਲਾਇਆ ਪਸ਼ੂ ਪ੍ਰੇਤ ਮੁਗਧ ਭੈ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਮਾ ਇਹਾਂ ਸੁਖ ਆਗਾ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦਾ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ
ਜਾਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਭਗਤ ਪਾਵਨ ਭਗਤ ਵਛਰ ਕਿਰਪਾ ਦੇ ਖਜ਼ਾਨੇ ਚਵਰ ਤਖਤ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਨੇ ਸਤਿਗੁਰੂ ਜੀ ਦੇ ਪਵਿੱਤਰ ਗੋਦ ਵਿੱਚ ਸੜ ਕੇ ਰਾਗੇ ਸਿੰਘਾਂ ਦੇ ਪਾਸੋਂ ਅੰਮ੍ਰਿਤਮਈ ਧੁਰ ਦੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ। ਸ੍ਰੀ ਆਸਾ ਜੀ ਦੀ ਵਾਰ ਦਾ ਪਵਿੱਤਰ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਵਡਭਾਗੀ ਬਣੇ ਹੋ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ, ਸੋ ਪਵਿੱਤਰ ਹੁਕਮਨਾਮੇ ਦੁਆਰਾ ਜੋ ਅੱਜ ਬਖਸ਼ਿਸ਼ ਕਰ ਰਹੇ ਹਨ, ਸੰਗਤਾਂ ਕਾਗਰਤਾ ਸਹਿਤ ਸੁਣੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਮਿਰਤਕ ਕਾ ਪਾਇਓ ਤਨ ਸਾਸਾ। ਸੋਰਠ ਰਾਗਨੀ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰੂ ਗਰੀਬ ਨਵਾਜ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਸਮੇਂ ਸਮੇਂ ਅਨੁਸਾਰ ਦੇਹਧਾਰੀ ਪਖੰਡਵਾਦੀ ਗੁਰੂਆਂ ਦੀ ਬੜੀ ਭਾਰੀ ਪਰਮਾਰ ਚੱਲਦੀ ਆ ਰਹੀ ਹੈ। ਕਿਰਪਾ ਕਰਕੇ ਆਪ ਜੀ ਬਖਸ਼ਿਸ਼ ਕਰੋ। ਪੂਰਨ ਗੁਰੂ ਦੇ ਲੱਖਣ ਦੱਸੋ ਕੀ ਹਨ। ਪੂਰਨ ਗੁਰੂ ਕਿਸ ਨੂੰ ਕਿਹਾ ਜਾ ਸਕਦਾ ਹੈ? ਜਿਸ ਤਰ੍ਹਾਂ ਅੱਜ ਵੀ ਥਾਵਾਂ ਥਾਵਾਂ ਤੇ ਕਿਤੇ ਨਰਕ ਧਾਰੀਏ, ਕਿਤੇ ਰਾਧਾ ਸੁਆਮੀ, ਕਿਤੇ ਲਾਲ ਕੁੜਤੇ, ਕਿਤੇ ਸੱਚਾ ਸੌਦਾ ਨਾਮ ਰਖਵਾ ਕੇ ਬੇਅੰਤ ਦੁਕਾਨਾਂ ਖੋਲ੍ਹੀ ਬੈਠੇ ਹਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਟਾਈਮ ਵਿੱਚ ਵੀ ਪਖੰਡੀਆਂ ਨੇ ਬੜਾ ਭਾਰੀ ਪਖੰਡ ਚਲਾਇਆ ਸੀ, ਪਰ ਜਦੋਂ ਕਿਸੇ ਵੀ ਦੇਹਧਾਰੀ ਤੋਂ ਸ਼ਿਵਨਾਮ ਦੀ ਭਾਵਨਾ ਪੂਰੀ ਨਾ ਹੋ ਸਕੇ, ਸੋ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ। ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਸੰਗਲਾ ਦੀਪ ਵਿੱਚ। ਸੋ ਉਸ ਰਾਜੇ ਨੂੰ ਗਿਆਨ ਬਖਸ਼ਿਆ, ਪਦਮਨੀਆਂ ਨੂੰ ਸ਼ਾਂਤੀ ਬਖਸ਼ੀ। ਵੇਖ ਕਰਕੇ ਸਤਿਗੁਰੂ ਦੇ ਚਰਨੀ ਪਿਆਰ ਸੀ ਉਹ ਰਾਜਾ। ਸੋ ਪਖੰਡੀਆਂ ਦਾ ਪਖੰਡ ਗੁਰੂ ਨਾਨਕ ਦੇਵ ਜੀ ਨੇ ਉਘੇੜਿਆ ਸੀ। ਇਸੇ ਤਰ੍ਹਾਂ ਹੀ ਅੱਜ ਵੀ ਜੋ ਦੇਹਧਾਰੀ ਹਨ, ਥਾਵਾਂ ਥਾਵਾਂ ਤੇ ਸੰਗਤਾਂ ਨੂੰ ਝੂਠੇ ਪ੍ਰਚਾਰ ਦੁਆਰਾ ਗੁੰਮਰਾਹ ਕਰਕੇ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਪ੍ਰੇਰਨਾ ਕਰ ਰਹੇ ਹਨ। ਉਹਨਾਂ ਤੋਂ ਬਚਣ ਵਾਸਤੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਸਰਾ ਲੈਣਾ ਚਾਹੀਦਾ ਹੈ। ਜਦੋਂ ਬਾਣੀ ਪੜਾਂਗੇ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਾਂਗੇ, ਗੁਰੂ ਕੇ ਦਿੱਤੇ ਹੋਏ ਗਿਆਨ ਨੂੰ ਹਿਰਦੇ 'ਚ ਥਾਂ ਦੇਵਾਂਗੇ, ਟਿਕਾਵਾਂਗੇ, ਬੜਾ ਭਾਰੀ ਆਨੰਦ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਦੀ ਕਿਰਪਾਲਤਾ ਹੋਵੇਗੀ। ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਜੀ ਗੁਰੂ ਸਾਹਿਬ ਜੋ ਪੂਰਨ ਗੁਰੂ ਜੀ ਹਨ, ਉਸਦੇ ਲੱਖਣ ਦੱਸੋ, ਤਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹੇ ਭਾਈ ਗੁਰਮੁਖੋ ਗੁਰਸਿੱਖੋ, ਜਿਸ ਵਿੱਚ ਇਹ ਗੁਣ ਹੋਣ ਜੋ ਅਸੀਂ ਦੱਸ ਰਹੇ ਹਾਂ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁਣਾਂ ਵਾਲਾ ਠੀਕ ਹੈ, ਇਹ ਕਲਿਆਣਕਾਰੀ ਹੈ, ਦੁੱਖਾਂ ਦਾ ਮਿਟਣ ਵਾਲਾ ਹੈ, ਸ਼ਾਂਤੀ ਬਖਸ਼ੇਗਾ। ਸੋ ਸੱਚਖੰਡ ਦੀ ਪ੍ਰਾਪਤੀ ਕਰਵਾ ਸਕਦਾ ਹੈ। ਉਹ ਸਤਿਗੁਰੂ ਦੇ ਕਿਹੜੇ ਗੁਣ ਹਨ? ਤਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਉੱਤਰ ਦੇ ਰਹੇ ਹਨ, ਪ੍ਰੇਮੀਆਂ ਤਾਈ। ਮਿਰਤਕ ਕਾ ਪਾਇਓ ਤਨ ਸਾਸਾ। ਮਿਰਤਕ ਕਾ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਪੂਰਨ ਗੁਰੂ ਦੀ ਵਡਿਆਈ ਹੈ। ਜਿੱਥੇ ਵੀ ਗੁਰੂ ਦੀ ਪਰਖ ਸੰਬੰਧੀ ਬਚਨ ਆਉਂਦੇ ਹਨ, ਉੱਥੇ ਪੂਰਾ ਅੱਖਰ ਨਾਲ ਆਉਂਦਾ ਹੈ। ਪੂਰਾ ਅੱਖਰ ਤਾਂ ਕਹਿਣਾ ਪਿਆ ਕਿ ਅਧੂਰੇ ਬਹੁਤੇ ਸਨ, ਪੂਰਨ ਕੋਈ ਵਿਰਲਾ ਵਿਰਲਾ ਹੈਨ, ਵਿਰਲੇ ਨਾ ਹੀ ਘਣੇ, ਕੋਈ ਵਿਰਲੇ ਵਿਰਲੇ ਐਸੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮਿਰਤਕ ਕੋ ਪਾਇਓ ਤਨ ਸਾਸਾ। ਮਹਾਰਾਜ ਕਹਿੰਦੇ ਹੈ ਸਿੱਖੋ, ਜਿਹੜਾ ਮਰਿਆ ਹੋਇਆ ਨੂੰ ਜਿਉਂਦੇ ਕਰ ਦੇਵੇ, ਉਹਦਾ ਨਾਮ ਪੂਰਨ ਗੁਰੂ ਹੈ। ਉਸ ਦੀ ਵਡਿਆਈ ਸੋਭਾ ਮਹਿਮਾ ਵੇਖਣੀ ਕਰੋ। ਪਹਿਲੇ ਸਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਿੱਲੀ ਵਿੱਚ ਜਿਸ ਵੇਲੇ ਪਹੁੰਚੇ ਹਨ, ਸਿਕੰਦਰ ਲੋਧੀ ਦਾ ਹਾਥੀ ਮਰ ਗਿਆ। ਉਸ ਵੇਲੇ ਮੁਹਾਵਤ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ
ਕਿਰਪਾ ਕਰੋ ਮੇਰਾ ਹੱਥ ਹੀ ਜਿੰਦਾ ਕਰ ਦੇਵੋ। ਮੈਂ ਗਰੀਬ ਆਦਮੀ ਹਾਂ, ਇਸ ਦੁਆਰਾ ਮੇਰੀ ਉਪਜੀਵਕਾ ਹੈ। ਸਤਿਗੁਰੂ ਜੀ ਉਸਨੇ ਨਿਰਮਾਣਤਾ ਵੇਖ ਕੇ ਅਧੀਨਗੀ ਤੱਕ ਕੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ। ਕਾਜੀ ਨੇ ਆ ਕੇ ਤਰਕ ਮਾਰੇ, ਕਹਿਣ ਲੱਗਾ ਜੇ ਤੁਹਾਡੇ 'ਚ ਸ਼ਕਤੀ ਹੈ ਤੈਨੂੰ ਹੁਣ ਮਾਰ ਕੇ ਵਿਖਾਵੋ। ਮਹਾਰਾਜ ਕਹਿਣਗੇ ਭਾਈ ਜੇ ਅਕਾਲ ਪੁਰਖ ਨੂੰ ਭਾਵੇਗਾ ਤੇ ਮਰ ਜਾਵੇਗਾ। ਇੰਨੀ ਗੱਲ ਕਹਿਣ ਤੋਂ ਫੇਰ ਹਾਥੀ ਮਰ ਗਿਆ। ਫੇਰ ਬੇਨਤੀ ਕੀਤੇ, ਬੜੇ ਤਰਲੇ ਲਏ। ਸਤਿਗੁਰੂ ਜੀ ਕੁਝ ਸਮਾਂ ਤੱਕ ਚੁੱਪ ਰਹੇ। ਮੁਹਾਵਤ ਨੇ ਬੇਨਤੀ ਕੀਤੀ, ਮਹਾਰਾਜ ਇਹਨੇ ਫਰਕ ਕਰ ਲਈ। ਆਪ ਜੀ ਨੇ ਬਚਨ ਕਰ ਦਿੱਤਾ, ਮੈਂ ਗਰੀਬ ਆਦਮੀ ਵਿੱਚੇ ਮਾਰਿਆ ਗਿਆ, ਮੇਰੇ ਤੇ ਤਰਸ ਕਰੋ। ਫੇਰ ਉਹ ਜਿੰਦਾ ਕੀਤਾ ਸੀ, ਮਿਰਤਕ ਕੋ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਖਾਲਸਾ ਜੀ ਪੂਰਨ ਗੁਰੂ ਦੀ ਵਡਿਆਈ ਹੈ। ਪਹਿਲੇ ਸਰੂਪ ਵਿੱਚ ਕਿਰਪਾਲਤਾ ਕੀਤੀ, ਤੀਜੇ ਸਰੂਪ ਵਿੱਚ ਵੀ ਜਿਸ ਵੇਲੇ ਮਾਤਾ ਦਾ ਪੁੱਤਰ ਮਰ ਗਿਆ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਡਿਉੜੀ ਤੇ ਲਿਆ ਪਾਇਆ। ਭਾਈ ਬੱਲੂ ਜੋ ਗੁਰੂ ਸਾਹਿਬ ਜੀ ਦਾ ਗੜਵਈ ਸੀ, ਉਸ ਨੂੰ ਭੇਜਿਆ ਗਿਆ ਕਿ ਜਾ ਕੇ ਗੁਰਮੁਖਾ ਇਸ ਮਾਤਾ ਨੂੰ ਕਹੋ ਕਿ ਇੱਥੇ ਰੋ ਨਾ, ਅੰਮ੍ਰਿਤ ਵੇਲਾ ਹੈ, ਸੋ ਭਜਨ ਕਰਨ ਦਾ ਟਾਈਮ ਹੈ। ਅੰਮ੍ਰਿਤ ਵੇਲੇ ਤੇਰਾ ਦੁੱਖ ਸੁਣਾਂਗੇ ਦਿਨ ਚੜ੍ਹੇ ਤੋਂ। ਪਰ ਜਿਸ ਮਾਤਾ ਦਾ ਇੱਕੋ ਇੱਕ ਪੁੱਤਰ ਸੀ ਮੌਤ ਦੇ ਘਾਟ ਉਤਰ ਗਿਆ ਹੈ, ਉਸ ਨੂੰ ਟਿਕਾ ਤੇ ਸ਼ਾਂਤੀ ਗੁਰਮਤਿ ਤੋਂ ਬਿਨਾਂ ਕਿਵੇਂ। ਬਹੁਤਾ ਵਰਲਾਪ ਸੁਣ ਕੇ ਸਤਿਗੁਰੂ ਜੀ ਆਪ ਸਿੰਘਾਸਨ ਛੱਡ ਕੇ ਉਸ ਮ੍ਰਿਤੂ ਸਰੀਰ ਦੇ ਪਾਸ ਚਲੇ ਗਏ। ਉਸ ਦੇ ਚਿਹਰੇ ਉੱਪਰ ਆਪਣੇ ਪਵਿੱਤਰ ਚਰਨਾਂ ਦਾ ਅੰਗੂਠਾ ਲਾ ਕੇ ਉਸ ਨੂੰ ਜਿਉਂਦਾ ਕਰ ਦਿੱਤਾ ਤੇ ਨਾਲ ਇਹ ਬਚਨ ਕੀਤਾ ਕਿ ਭਾਈ ਦੁਨੀਆ ਨੇ ਹਮੇਸ਼ਾ ਜੰਮਣਾ ਤੇ ਮਰਨਾ ਹੈ, ਸੋ ਹਰ ਵੇਲੇ ਪਰਮੇਸ਼ਰ ਦੇ ਸ਼ਰੀਕ ਬਣਨਾ ਠੀਕ ਨਹੀਂ। ਜਦੋਂ ਤੱਕ ਅਸੀਂ ਗੁਰਤਾ ਗੱਦੀ ਕਰਦੇ ਹਾਂ ਤਦੋਂ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਵੇਗੀ, ਮਰੇਗਾ ਕੋਈ ਨਹੀਂ। 22 ਸਾਲ ਸਤਿਗੁਰੂ ਜੀ ਨੇ ਗੁਰਤਾ ਗੱਦੀ ਕੀਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਮਨੁੱਖ ਦੀ ਤਾਂ ਕੀ, ਕਿਸੇ ਪਸ਼ੂ ਪੰਛੀ ਦੀ ਖਾਲਸਾ ਦੀ ਮੌਤ ਨਹੀਂ ਹੋਈ। ਉਸ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ। ਐਸੇ ਗੁਰੂ ਗਰੀਬ ਨਿਵਾਸ ਜੀ ਹਨ। ਇਹ ਪੂਰਨ ਗੁਰੂ ਦੀ ਵਡਿਆਈ ਹੈ। ਪੰਜਵੇਂ ਸਰੂਪ ਵਿੱਚ ਵੀ ਇਹ ਕੌਂਤਕ ਕੀਤਾ। ਸੰਮਣ ਤੇ ਮੂਸਣ ਦੀ ਸਾਖੀ ਆਉਂਦੀ ਹੈ। ਗੁਰੂ ਘਰ ਦੇ ਪ੍ਰੇਮੀ ਸਨ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਚਾਹੀ। ਜਿਵੇਂ ਅੱਜ ਕੱਲ੍ਹ ਦੇ ਮਹਾਸ਼ੇ ਲੋਕ ਸਿੱਖਾਂ ਤੇ ਤਰਕ ਕਰਦੇ ਹਨ, ਪਹਿਲਾਂ ਤੋਂ ਲੈ ਕੇ ਇਹਨਾਂ ਨੇ ਨਫ਼ਰਤ ਛੱਡੀ ਨਹੀਂ, ਫਿਰਕਾ ਪ੍ਰਸਤੀ ਦਾ ਸੋ ਵਤੀਰਾ ਇਹਨਾਂ ਲੋਕਾਂ ਦਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮੀਆਂ ਨੇ ਇਹਨਾਂ ਕੋਲ ਨੌਕਰੀ ਕੀਤੀ, ਸ਼ਾਹੂਕਾਰਾਂ ਦੇ ਪਾਸ ਮਲੀਮ ਸਨ। ਇਹਨਾਂ ਦੀ ਕੁਝ ਮਾਇਆ ਬਣੀ। ਇਹਨਾਂ ਨੇ ਕਿਹਾ ਕਿ ਸਾਨੂੰ ਇਹ ਦੇ ਦਿਓ, ਅਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ, ਲੰਗਰ ਛਕਾਉਣਾ ਗੁਰੂ ਕਿਆਂ ਨੂੰ। ਸ਼ਾਹੂਕਾਰ ਨੇ ਜਵਾਬ ਦੇ ਦਿੱਤਾ ਕਿ ਜੇ ਗੁਰੂ ਸਾਹਿਬ ਜੀ ਸਿੱਖ ਦੇ ਘਰੋਂ ਭੁੱਖੇ ਮੁੜ ਗਏ, ਨਾਲੇ ਗੁਰੂ ਕਿਆਂ ਦੀ ਹਾਸੀ ਹੋਵੇਗੀ, ਨਾਲੇ ਸਿੱਖਾਂ ਦੀ। ਸੋ ਇਹ ਖਟਿਆਈ ਰੱਖ ਕੇ ਮਾਨਿਤ ਸਿੱਖਾਂ ਨੂੰ ਜਵਾਬ ਦਿੱਤਾ। ਪਿਓ ਪੁੱਤ ਨੇ ਸੰਮਣ ਤੇ ਮੂਸਲ ਨੇ ਘਰ ਵਿੱਚ ਬੈਠ ਕੇ ਸਲਾਹ ਕੀਤੀ ਕਿ ਸਿੱਖ ਨੂੰ ਚੋਰੀ ਕਰਨੀ ਬੜਾ ਭਾਰੀ ਪਾਪ ਹੋਇਆ ਕਰਦਾ ਹੈ, ਪਰ ਆਪਾਂ ਚੋਰੀ ਤਾਂ ਕਰਨੀ ਨਹੀਂ, ਪਰ ਸਿੱਖ ਨੂੰ ਆਪਣਾ ਹੱਕ ਲੈਣਾ ਬੜਾ ਭਾਰੀ ਪੁੰਨ ਵੀ ਹੋਇਆ ਕਰਦਾ ਹੈ। ਇਹ ਵਿਚਾਰ ਕੇ ਰਾਏ ਕਰ ਲਈ ਕਿ ਆਪਾਂ ਰਾਤ ਨੂੰ ਇਸ ਦੇ ਘਰ ਸ਼ਾਹੂਕਾਰ ਦੇ ਪ੍ਰਵੇਸ਼ ਹੋ ਕੇ ਜੋ ਆਪਣਾ 500 ਰੁਪਇਆ ਬਣਦਾ ਹੈ ਉਹ ਲੈ ਆਈਏ, ਬਾਕੀ ਮਾਇਆ ਨੂੰ ਆਪਾਂ ਨਹੀਂ ਲਿਆਵਾਂਗੇ। ਇਹ ਵਿਚਾਰ ਕਰਕੇ ਸੰਮਣ ਤੇ ਮੂਸਣ ਦੋਵੇਂ ਤੁਰ ਪਏ। ਪੁਰਾਣੇ ਘਰਾਂ ਵਿੱਚ ਅੱਜ ਕੱਲ੍ਹ ਵੀ ਜਿੱਥੇ ਹਨ, ਵੈਸੇ ਤਾਂ ਲੋਕਾਂ ਨੇ ਢਾਹ ਕੇ ਬਹੁਤੇ ਨਵੇਂ ਪਾ ਲਏ ਹੈ, ਪਰ ਪਿੰਡਾਂ ਵਿੱਚ ਪੁਰਾਣੇ ਘਰਾਂ ਵੱਲ ਤੱਕਿਆ ਜਾਵੇ ਤਾਂ ਕੋਠਿਆਂ ਦੇ ਵਿੱਚ ਉੱਪਰੋਂ ਮੋਗ ਜੇ ਰੱਖੇ ਹੁੰਦੇ ਹਵਾ ਵਾਸਤੇ, ਧੁੱਪ ਪੈਣ ਵਾਸਤੇ। ਉਸ ਦੇ ਵਿੱਚ ਦੀ ਸੰਮਣ ਨੂੰ ਮੂਸਣ ਨੇ, ਸੋ ਸੰਮਣ ਨੇ ਮੂਸਣ ਨੂੰ ਥੱਲੇ ਵਗਾ ਦਿੱਤਾ। ਭਾਰਾ ਸਰੀਰ ਸੀ, ਥੱਲੇ ਤਾਂ ਵਗ ਗਿਆ। 500 ਰੁਪਏ ਦੀ ਥੈਲੀ ਲੈ ਕੇ ਜੋ ਉੱਪਰ ਉਸ ਨੂੰ ਖਿੱਚਣਾ ਚਾਹਿਆ, ਪੇਟ ਭਾਰਾ ਹੋਣ ਦੇ ਕਾਰਨ ਉਹ ਮੋਗ ਦੇ ਵਿੱਚ ਮੂਸਣ ਦੀ ਫਸ ਗਏ। ਪਿਤਾ ਤੇ ਪੁੱਤਰ ਨੇ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ। ਉਸ ਵੇਲੇ ਪੈਸੇ ਹੱਥ ਵਿੱਚ ਮੂਸਣ ਨੇ ਲੈ ਲਏ। ਪੁੱਤਰ ਨੇ ਬੇਨਤੀ ਕੀਤੀ, ਪਿਤਾ ਜੀ ਗੁਰੂ ਸਾਹਿਬ ਆਪਣੇ ਘਰ ਵਿੱਚੋਂ ਭੁੱਖੇ ਨਹੀਂ ਮੁੜਨੇ ਚਾਹੀਦੇ, ਸੋ ਤਲਵਾਰ ਲੈ ਕੇ ਮੇਰਾ ਸਿਰ ਕੱਟ ਲੈ, ਸਿਰ ਮੇਰਾ ਲੈ ਜਾ ਤੇ ਲਾਸ਼ ਇੱਥੇ ਪਈ ਰਹਿਣ ਦੇ, ਰੁਪਈਏ ਲਿਜਾ ਕੇ ਲੰਗਰ ਗੁਰੂਕਿਆਂ ਵਾਸਤੇ ਤਿਆਰ ਕਰ। ਇਸੇ ਤਰ੍ਹਾਂ ਹੀ ਕੀਤਾ ਗਿਆ। ਖਾਲਸਾ ਜੀ ਪਿਤਾ ਨੇ ਗੁਰੂ ਘਰ ਦੀ ਸੇਵਾ ਕਰਨ ਵਾਸਤੇ, ਕੀਤੇ ਬਚਨ ਨੂੰ ਪੂਰਿਆਂ ਕਰਨ ਵਾਸਤੇ ਆਪਣੇ ਪੁੱਤਰ ਦਾ ਸਿਰ ਕੱਟ ਕੇ ਹੱਥ ਵਿੱਚ ਪਕੜ ਲਿਆ। ਲਾਸ਼ ਉਹਦੇ ਘਰ ਸ਼ਾਹੂਕਾਰ ਦੇ ਡਿੱਗ ਪਈ। ਆਪਣੀ ਮਿਹਨਤ ਦੀ ਕੀਤੀ ਕਮਾਈ ਦੀ ਮਾਇਆ ਲੈ ਕੇ ਘਰ ਚਲਿਆ ਗਿਆ। ਸਾਰੀ ਰਾਤ ਲੰਗਰ ਤਿਆਰ ਕੀਤਾ। ਦਿਨ ਚੜ੍ਹੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰੇਮੀ ਦੇ ਘਰ ਵਿੱਚ ਪਹੁੰਚੇ। ਲੰਗਰ ਤਿਆਰ ਹੈ, ਪੰਗਤ ਲੱਗਣ ਲੱਗੀ। ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੇਰਾ ਪੁੱਤਰ ਕਿੱਥੇ ਹੈ?
ਭਾਈ ਨੇ ਖਿਆਲ ਕੀਤਾ ਜੇ ਸਹੀ ਗੱਲ ਦੱਸੀ ਗੁਰੂ ਸਾਹਿਬ ਨੇ ਲੰਗਰ ਨਹੀਂ ਛਕਣਾ, ਸੰਕੋਚ ਕਰਨਗੇ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ, ਮਹਾਰਾਜ ਸਾਰੀ ਰਾਤ ਲੰਗਰ ਤਿਆਰ ਕਰਦੇ ਰਹੇ ਆ, ਪੁੱਤਰ ਥੱਕ ਗਿਆ ਹੈ, ਉਹ ਸੌਂ ਗਿਆ ਹੈ। ਮਹਾਰਾਜ ਕਹਿਣ ਲੱਗੇ ਨਹੀਂ ਭਾਈ ਸਾਡੇ ਪਾਸ ਲਿਆਓ। ਫਿਰ ਇਹੀ ਬੇਨਤੀ ਕੀਤੀ ਗਈ ਸਿੱਖ ਵੱਲੋਂ। ਤੀਜੀ ਵੇਰਾ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਜਦੋਂ ਤੱਕ ਤੂੰ ਆਪਣੇ ਪੁੱਤਰ ਨੂੰ ਸਾਡੇ ਪਾਸ ਨਹੀਂ ਲਿਆਉਂਦਾ ਤਦੋਂ ਤੱਕ ਅਸੀਂ ਲੰਗਰ ਨਹੀਂ ਛਕਾਂਗੇ। ਅਖੀਰ ਹੱਥ ਜੋੜ ਕੇ ਬੇਨਤੀ ਭਾਈ ਨੇ ਕਰ ਦਿੱਤੀ, ਸੱਚੇ ਪਾਤਸ਼ਾਹ ਉਹ ਉਸ ਨੀਂਦੇ ਸੌਂ ਗਿਆ ਹੈ ਜਿਸ ਨੀਂਦੇ ਸੌਂ ਕੇ ਕਦੇ ਸੰਸਾਰ ਵਿੱਚ ਕੋਈ ਉੱਠਿਆ ਨਹੀਂ, ਭਾਵ ਮ੍ਰਿਤੂ ਹੋ ਗਿਆ ਹੈ। ਮਹਾਰਾਜ ਨੇ ਉੱਠ ਕੇ ਉਸਦੇ ਕੋਲ ਜਾ ਕੇ ਕਿਹਾ, ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਕਹਿ ਕੇ ਖਾਲਸਾ ਜੀ ਜਿਉਂਦਾ ਕਰ ਦਿੱਤਾ, ਜਿਸ ਦੀ ਗਵਾਹੀ ਗੁਰੂ ਸਾਹਿਬ ਦੀ ਬਾਣੀ ਦੇ ਰਹੀ ਹੈ। सम्मन जो इस प्रेम की दम के होती साट, रावण होते सो रक्त ने जिन सिर दीने काट। एक है वेखी सामना हंकार न कर बैठी कि मैं अपने पुत्र दा सिर वढ़ के गुरु घर की सेवा की है। सो खालसा जी जे गुरु घर की सेवा सिर दे के भी प्रवान हो जाए तां भी बड़ा भारी सस्ता सौदा है। भावें अजकल कुछ लोगों में ऐसा भी आ जाता है, 2-4 रुपये खर्च किए होण, प्रेसां दे विच बयान होर अनेक प्रकार के इश्तिहारबाजी, सेवा करने वालों की निंदा ते प्राप्ते कंडा शुरू कर देंगे है। पर गुरु घर की सेवा सिर दे के भी की जाए तो भी सस्ता सौदा है। जिवें बाबा मनी सिंह साहब जी शहीद नूं संगतां ने बेनती की सी, बाबा जी तुहाडे शरीर की बड़ी भारी लोड़ है, तुहाडे शरीर के बराबर जितने वेरा कहोगे असीं माया तोल के मैं जालमां नूं दे दिंदे हां। बाबा मनी सिंह जी ने उत्तर दिता से, तन गंदगी की कोठड़ी हर हीरिया दी खान, जे तन दित्या हर मिला तो की सस्ता जान, मृतक तो पायो तन सासा, पूरे गुर की देख वडाई। ये खालसा जी पूर्ण गुरु के लखण है। अज वसाखे का भी पवित्र दिहाड़ा 12 माह की कथा भावें होनी है। सो खालसा जी चोजी प्रीतम पुत्रां दे दानी ने अज दे दिन 1756 बिक्रमी वाले दिन चोजी प्रीतम जी ने 5 सिखां दा सिर इकट्ठ विचों लैके, ये ना नहीं सी किसी का लिया जां ये नहीं सी कहा सानू मर्द का जां जनानी का सिर चाहिए, ये कहा सी खालसा जी सानू एक सीस की लोड़ है। उस वेले भाई दयाल सिंह जी जो छतरी वंश विचों सन, लाहौर दे विच रहण वाले, जिन्हां दे पिता का नाम मैया राम जी सी, माता का नाम सोभी जी सी। 1725 विच जिन्हां सिखां दा जन्म होया है। सो फग्गण की संगरांद वाले दिन ऐतवार अमृत वेले 13 साल की उम्र विच आनंदपुर साहिब गुरु साहिब के पास भाई दयाल सिंह जी दया राम के रूप में पहुंचे हैं। उत्थे रह के 1756 बिक्रमी नूं चोजी प्रीतम के हथों अमृत छक के सीस भेटा करके सिंह बन के गुरु वाले बन के सो रहत मर्यादा परपक रह के महान कुर्बानी की। 1765 बिक्रमी नूं सचखंड श्री हजूर साहिब विखे सचखंड गमन किया बाबा दयाल सिंह जी ने। इस तरह भाई धर्म सिंह जी जिन्हों का नाम पहला धर्मचंद जी सी, दिल्ली निवासी, सो भाई दयाल सिंह जी लहू के अवतार मन्ने हैं। भाई धर्म सिंह जी जो सन ये धने जट के अवतार मन्ने हैं। 1727 विच भाई दयाल सिंह जी का भाई धर्म सिंह जी का जन्म होया है। 1768 बिक्रमी नूं सचखंड गमन किया है। 25 साल की उम्र में गुरु गोबिंद सिंह साहब के पास आनंदपुर साहिब भाई धर्म सिंह जी पहुंचे सन। इस तरह ही भाई हिम्मत सिंह जी चित्रपूरी के अवतार सन। सो इन्हां गुरमुखां दा जन्म 1721 बिक्रमी नूं होया है। 15 जेठ नूं बाबा बकाला साहिब विखे इन्हां दे माता पिता जी रहिंदे सन गुरु तेग बहादुर साहब जी की शरण विच बाबा बकाला साहिब विखे बाबा हिम्मत सिंह जी का जन्म होया है। 1761 बिक्रमी नूं चमकौर साहिब दे विच बाबा अजीत सिंह ते बाबा जुझार सिंह जी दे नाल इन्हां ने ओहदे 8 पोह वाले दिन शहीदी प्राप्त की सी। चमकौर के साके के टाइम में जिस वे आनंदपुर साहिब छड्डिया है। इस तरह ही भाई मोहकम सिंह जी जिहड़े 5 प्यारिਆਂ विचों हन। भाई धर्म सिंह जी के माता का नाम सी, पिता का नाम सी मालदेव जी ते माता का नाम सी लाल देवी जी। भाई मोहकम सिंह जी जिहड़े 5 प्यारिਆਂ विचों होए हन। इन्हां गुरमुखां दा माता का नाम पिता का नाम जो है वो जगजीवन राय जी है ते माता का नाम संभली जी है। सो खालसा जी 1736 बिक्रमी विच इन्हां दा जन्म होया है।
1700 ਆਕਾਸ਼ ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਜੋਤੀ ਜੋਤ ਜੰਗ ਵਿੱਚ ਸਮਾਏ ਹਨ। ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ, ਭਾਈ ਸਾਹਿਬ ਸਿੰਘ ਜੀ 5 ਪਿਆਰਿਆਂ ਵਿੱਚੋਂ, ਉਹਨਾਂ ਦਾ ਜਨਮ 1732 ਬਿਕਰਮੀ 5 ਮੱਘਰ ਵਾਲੇ ਦਿਨ ਹੋਇਆ ਹੈ। 1700 ਆਕਾਸ਼ ਬਿਕਰਮੀ ਨੂੰ ਸੱਚਖੰਡ ਗਮਨ ਚਮਕੌਰ ਸਾਹਿਬ ਦੀ ਗੜੀ ਵਿੱਚ ਉਹਨਾਂ ਗੁਰਮੁਖਾਂ ਨੇ ਕੀਤਾ। ਪਿਤਾ ਦਾ ਨਾਮ ਗੁਰ ਨਾਰਾਇਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਸੋ ਇਹ 5 ਪਿਆਰਿਆਂ ਦਾ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ। ਪਰ 5 ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਣ ਭਰ ਦਿੱਤੇ। ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਦਇਆ ਆਈ ਕਿ ਜਿਹਦੇ ਵਿੱਚ ਦਇਆ ਹੋਵੇ ਉਹੀ ਧਰਮ ਦੀ ਕਮਾਈ ਕਰ ਸਕਦਾ ਹੈ, ਅਤੇ ਦਇਆ ਦੇ ਪਿੱਛੋਂ ਧਰਮ ਦਾ ਹੋਣਾ ਜ਼ਰੂਰੀ ਸੀ। ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ। ਜਿੱਥੇ ਦਇਆ ਤੇ ਧਰਮ ਹੈ ਉੱਥੇ ਹੀ ਖਾਲਸਾ ਦੀ ਹਿੰਮਤ ਹੋਇਆ ਕਰਦੀ ਹੈ। ਸੋ ਦਇਆ ਤੇ ਧਰਮ ਦੇ ਪਿੱਛੋਂ ਭਾਈ ਹਿੰਮਤ ਸਿੰਘ ਜੀ ਦੇ ਸੀਸ ਦੇਣ ਤੋਂ ਸਿੰਘਾਂ ਨੂੰ ਹਿੰਮਤ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਤੇ ਹਿੰਮਤ ਆ ਜਾਵੇ ਉੱਥੇ ਅਡੋਲਤਾ ਵੀ ਨਾਲ ਹੀ ਆਪਣੇ ਆਪ ਆ ਜਾਂਦੀ ਹੈ। ਭਾਈ ਮੋਹਕਮ ਸਿੰਘ ਨੇ ਸੀਸ ਦਿੱਤਾ। ਮੋਹ ਕਾਮ, ਜਿੱਥੇ ਮੋਹ ਕੰਮ ਹੋ ਗਿਆ ਤੇ ਇਸਤਤੀ ਪ੍ਰਾਪਤ ਹੋਈ, ਅਡੋਲਤਾ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਹਿੰਮਤ ਤੇ ਇਸਤਤ ਹੋ ਜਾਵੇ ਉੱਥੇ ਸਾਹਿਬ ਦੀ ਪ੍ਰਾਪਤੀ ਹੋਇਆ ਕਰਦੀ ਹੈ। ਭਾਈ ਸਾਹਿਬ ਸਿੰਘ ਦੇ ਸੀਸ ਦੇਣ ਤੋਂ ਖਾਲਸਾ ਜੀ ਸਾਹਿਬ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਈ। ਇਹ 5 ਪਿਆਰਿਆਂ ਦੁਆਰਾ ਗੁਰੂ ਸਾਹਿਬ ਨੇ ਕਿਰਪਾ ਕੀਤੀ। ਮ੍ਰਿਤਕ ਕੋ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। 5 ਪਿਆਰਿਆਂ ਦੇ ਸਿਰ ਲੈ ਕੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਰਜੀਤ ਕੀਤਾ ਅਤੇ 5 ਪਿਆਰਿਆਂ ਤੋਂ ਅੰਮ੍ਰਿਤ ਆਪ ਛਕਿਆ। ਵਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ। ਆਪੇ ਗੁਰ ਚੇਲਾ ਦੀ ਬਖਸ਼ਿਸ਼ ਕੀਤੀ। ਗੁਰੂ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਇਹ ਕਿਰਪਾਲਤਾ ਗੁਰੂ ਸਾਹਿਬ ਨੇ ਕੀਤੀ। ਸੋ ਹੋਰ ਕਿਸੇ ਵੀ ਰਹਿਬਰ ਨੇ ਅੱਜ ਤੱਕ ਆਪਣੇ ਪੈਰੋਕਾਰ ਨੂੰ ਇਹ ਬਚਨੀ ਕਹੇ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚੇਰਾ। ਪੂਰੇ ਗੁਰ ਕੀ ਦੇਖ ਵਡਾਈ, ਮ੍ਰਿਤਕ ਕੋ ਪਾਇਓ ਤਨ ਸੱਸ। ਇਹ ਪੂਰਨ ਗੁਰੂ ਦੇ ਲੱਖਣ ਹੈ। ਭਾਵੇਂ ਕਈ ਕਵੀ ਭਰਾ ਜਾਂ ਢਾਡੀ ਭਰਾ ਜਾਂ ਪ੍ਰਚਾਰਕ ਵੀਰ ਇੱਥੇ ਆਣ ਕੇ ਬੜਾ ਭਾਰੀ ਟਪਲਾ ਖਾਂਦੇ ਹੈ। ਕਹਿੰਦੇ ਗੁਰੂ ਸਾਹਿਬ ਨੇ ਬੱਕਰੇ ਵੱਢੇ। ਕਈਆਂ ਨੇ ਕਿਤਾਬਾਂ ਵਿੱਚ ਵੀ ਆਪਣੀ ਅਗਿਆਨਤਾ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੀ ਬੁੱਧੀ ਦੀ ਪਰਬਲਤਾ ਨੂੰ ਜਨਾਉਣ ਵਾਸਤੇ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਸਿਆਣੇ, ਸਾਡੀ ਕਲਮ ਬੜਾ ਕੰਮ ਕਰਦੀ ਹੈ, ਗੁਰੂ ਕਹਿ ਦੀ ਧੀਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਲਿਖਤਾਂ ਤੋਂ ਤੇ ਲਿਖਣ ਵਾਲੇ ਲਿਖਾਰੀਆਂ ਲੇਖਕਾਂ ਤੋਂ ਵੀ ਸਿੰਘਾਂ ਨੂੰ ਬਚਣ ਦੀ ਸਾਵਧਾਨਤਾ ਦੀ ਬੜੀ ਭਾਰੀ ਲੋੜ ਹੈ। ਜਿਹੜੇ ਕਹਿੰਦੇ ਕਿ ਗੁਰੂ ਕਹਿੰਦੇ ਬੱਕਰੇ ਵੱਢੇ ਹੈ, ਉਹ ਸਰਾਸਰ ਝੂਠ ਬੋਲਦੇ ਖਾਲਸਾ ਜੀ। ਭਾਵੇਂ ਕੋਈ ਇਹ ਸੰਤ ਕਹੇ, ਭਾਵੇਂ ਪ੍ਰਚਾਰਕ ਕਹੇ, ਭਾਵੇਂ ਕੋਈ ਗਿਆਨੀ ਧਿਆਨੀ ਤੇ ਢਾਡੀ ਕਵੀ ਕਹੇ, ਕਰੇ ਕਿਸੇ ਤੇ ਯਕੀਨ ਨਹੀਂ ਕਰਨਾ। ਜਿਹੜਾ ਗੁਰੂ, ਜਿਹੜਾ ਪਿਤਾ, ਜਿਹੜਾ ਰਹਿਬਰ ਮਾਲਕ ਬਾਪੂ ਏਡਾ ਛੜਿਆ ਹੋਵੇ ਕਿ ਤੰਬੂ ਵਿੱਚ ਜਾ ਕੇ ਬੱਕਰੇ ਵੱਢੇ, ਸਿੱਖਾਂ ਨੂੰ ਆ ਕੇ ਕਹੇ ਮੈਂ ਸਿਰ ਵੱਢੇ ਹੈ, ਉਹਦਾ ਪੁੱਤ ਖਾਲਸਾ ਗੁਰੂ ਪਿਆਰੇ ਖਾਲਸਾ ਜੀ ਸੀਸ ਤਲੀ ਤੇ ਰੱਖ ਕੇ 3 ਮੀਲ ਕਦੇ ਨਹੀਂ ਤੁਰ ਸਕਦਾ। ਉਹਦਾ ਪੁੱਤਰ 7 ਸਾਲ ਦੀ ਉਮਰ ਵਿੱਚ ਕੰਧ 'ਚ ਖੜੋ ਕੇ ਕਦੇ ਨਹੀਂ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਕੇਵਲ ਉਸੇ ਗੁਰੂ ਦਾ ਪੁੱਤ ਤੇ ਸਿੱਖ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੂੰਹ ਤੋਂ ਕਿਹਾ ਵੈਸਾ ਹੀ ਪੂਰਾ ਕੀਤਾ ਹੋਵੇ। ਸੱਚੇ ਪਾਤਸ਼ਾਹ ਨੇ ਸਿਰ ਕੱਟ ਕੇ 5 ਸਿੱਖਾਂ ਦੇ ਫੇਰ ਸਰਜੀਤ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਆਪ ਖੰਡੇ ਬਾਤ ਦਾ ਅੰਮ੍ਰਿਤ ਛਕਣਾ। ਇਹਨਾਂ ਬੱਕਰਿਆਂ ਛਤਰਿਆਂ ਕੱਟਣ ਵਾਲੀਆਂ ਲਿਖਤਾਂ ਤੇ ਕਦੇ ਯਕੀਨ ਨਹੀਂ ਕਰਨਾਗਾ। ਸੋ ਖਾਲਸਾ ਜੀ ਜੇ ਇਸ ਪਾਸੇ ਵਿਚਾਰ ਕੀਤੀ ਜਾਵੇ, ਉਹਨਾਂ ਲੇਖਕਾਂ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਇਹ ਬੱਕਰਿਆਂ ਦਾ ਲਿਖ ਦਿੱਤਾ ਹੈ ਇਹ ਸਾਨੂੰ ਨੇ ਵੇਚੇ ਹੈ। ਕਿਉਂਕਿ ਪਸ਼ੂ ਵੇਚਣ ਵੇਲੇ ਪਸ਼ੂ ਬਾਟ ਦਾ ਨਾਂ, ਪਸ਼ੂ ਲੈਣ ਵਾਲੇ ਦਾ ਨਾਂ, ਪਿੰਡ ਦਾ ਨਾਂ, ਮੰਡੀ ਦਾ ਨਾਂ, ਉਹਦੀ ਕੀਮਤ, ਇਹ ਸਾਰਾ ਲਿਖਿਆ ਜਾਂਦਾ ਬੈਠ ਕੇ ਮੰਡੀਆਂ ਵਿੱਚ। ਦੱਸੋ ਕਿਹੜੇ ਇਤਿਹਾਸ ਵਿੱਚ ਲਿਖਿਆ ਕਿ ਬੱਕਰੇ ਕੌਣ ਲੈ ਕੇ ਆਇਆ ਸੀ, ਕਿਹੜੀ ਮੰਡੀ ਤੇ ਲੈ ਕੇ ਆਏ ਸੀ, ਕਿਹੜੇ ਵਪਾਰੀ ਨੇ ਖਰੀਦੇ, ਇੱਕ ਬੱਕਰੇ ਦੀ ਕੀਮਤ ਕਿੰਨੀ ਤਾਰੀ, ਉਹਨੂੰ ਲੱਦ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹੜੀ ਮੰਡੀ ਵਿੱਚੋਂ ਆਨੰਦਪੁਰ ਕਿਹੜੀ ਸਵਾਰੀ ਤੇ ਲੈ ਕੇ ਗਏ, ਕਿਸੇ ਇਤਿਹਾਸ ਵਿੱਚੋਂ ਲਿਖਿਆ ਨਹੀਂ ਮਿਲਦਾਗਾ। ਕੇਵਲ ਆਪਣੀਆਂ ਜ਼ਬਾਨਾਂ ਨੂੰ, ਜ਼ਬਾਨਾਂ ਦੇ ਰਸ ਨੂੰ ਪੂਰਿਆ ਕਰਨ ਵਾਸਤੇ, ਗੁਰੂ ਕੇ ਇਤਿਹਾਸ ਨੂੰ ਤੇ ਜੀਵਨ ਨੂੰ ਕਲੰਕਿਤ ਕਰਨ ਵਾਸਤੇ
ਆਪਣੀਆਂ ਕੁਝੀਆਂ ਹਰਕਤਾਂ ਕੁਝ ਭੁੱਲੜ ਲੋਕਾਂ ਨੇ ਵਰਤੀਆਂ, ਉਹਨਾਂ ਤੋਂ ਬਚਣ ਦੀ ਲੋੜ ਹੈ। ਗੁਰੂ ਕੀ ਬਾਣੀ ਗੁਰੂ ਕੇ ਪਿਆਰੋ ਪੱਕੀ ਮੋਹਰ ਹੈ। ਕਿਸੇ ਚੌਕੀਦਾਰ ਨੂੰ ਤੇ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ, ਜਦੋਂ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਦੀ ਮੋਹਰ ਲੱਗ ਜਾਵੇ ਜਾਂ ਅਥਵਾ ਉਸ ਤੋਂ ਉੱਪਰ ਕੌਂਸਲ ਦੇ ਮੈਂਬਰਾਂ ਦੀ ਮੋਹਰ ਲੱਗ ਜਾਵੇ, ਉਹਦੀ ਧੇਲਾ ਕੀਮਤ ਨਹੀਂ ਥੱਲੇ ਵਾਲਿਆਂ ਦੀ ਰਹਿੰਦੀ। ਚਾਹੇ ਕਿਸੇ ਨੇ ਕੁਝ ਵੀ ਲਿਖਿਆ ਹੈ, ਜਿੱਥੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ 10 ਸਰੂਪਾਂ ਨੇ ਗੁਰਬਾਣੀ ਦੁਆਰਾ ਨਿਰਣਾ ਕਰ ਦਿੱਤਾ ਹੈ, ਉੱਥੇ ਕਿਸੇ ਦੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਪੂਰਨ ਗੁਰੂ ਦੀ ਵਡਿਆਈ ਹੈ ਜਿਹੜਾ ਮਰਿਆਂ ਨੂੰ ਜਿਉਂਦਾ ਕਰ ਦੇਵੇ। ਨਿਰਪਕ ਕੋ ਜੀਵਾਲਣਹਾਰ, ਭੂਖੇ ਕੋ ਦੇਵਤਾ ਆਧਾਰ, ਸਤਿਗੁਰ ਮੇਰਾ ਸਲ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਵਾਲੈ, ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਵਰਗਾ ਕੋਈ ਵੀ ਪੂਜਨੀ ਤੇ ਪ੍ਰਕਾਸ਼ ਰੂਪ ਨਹੀਂ ਹੈ। ਇਸ ਵਾਸਤੇ ਕਦੇ ਸ਼ੱਕ ਨਹੀਂ ਕਰਨੀਗੀ। ਖੰਡੇ ਬਾਟੇ ਦਾ ਅਮਰ ਛਕਣਾ, ਕੰਨਾ ਮੰਨਾ ਕੁਰਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲਿਆਂ ਤੋਂ ਬਚ ਕੇ ਰਹਿਣਾ ਹੈ। ਦੇਹ ਧਾਰੀਆਂ ਦੇ ਕਲੇ ਲੜ ਨਹੀਂ ਲੱਗਣਾ। ਕੇਵਲ 5 ਪਿਆਰਿਆਂ ਦੁਆਰਾ ਅੱਜ ਵੀ ਖੰਡੇ ਬਾਟੇ ਦਾ ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰ ਦੇ ਮਾਲਕ ਦੇ ਅਸਥਾਨ ਤੇ ਖਾਲਸਾ ਜੀ 12 ਵਜੇ ਤਿਆਰ ਹੋਵੇਗਾ। 5 ਪਿਆਰੇ ਸੋ 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅਮਰ ਤਿਆਰ ਕਰਨਗੇ। ਜਿਨ੍ਹਾਂ ਦੇ ਭਾਗ ਜਾਗਦੇ ਹੈ ਉੱਥੇ ਪਹੁੰਚ ਕੇ ਗੁਰੂ ਦੇ ਲੜ ਲੱਗੋ ਤੇ ਅਮਰ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਸਫਲਾ ਕਰੋ। ਇਹ ਪੂਰਨ ਗੁਰੂ ਦੀ ਵਡਿਆਈ ਜਿਹੜਾ ਮਰਿਆਂ ਨੂੰ ਜਿਉਂਦੇ ਕਰ ਦੇਵੇ। ਸੱਚੇ ਪਾਤਸ਼ਾਹ ਤਾਂ ਲੱਖਣ ਦੱਸ ਦਿੱਤੇ ਹੈ, ਕੇਵਲ ਇੰਨਾ ਕਿ ਗੁਣ ਨਾਲ ਹੀ ਸਰ ਜਾਵੇਗਾ ਜਾਂ ਕੋਈ ਹੋਰ ਵੀ ਗੁਣ ਹੈ। ਮਹਾਰਾਜ ਕਹਿੰਦੇ ਹੋਰ ਹੀ ਉਹ ਸੁਣੋ। ਵਿਚਰਤ ਆਨ ਮਿਲਾਇਆ, ਜਿਹੜਾ ਭਾਈ ਵਿਛੜਿਆ ਨੂੰ ਮੇਲ ਦੇਵੇ ਉਹਦਾ ਨਾਂ ਵੀ ਗੁਰੂ ਹੈ। ਨਰਕ ਧਾਰੀਏ ਵੀ ਮਿਲਦੇ ਹੈ, ਉਹ ਤਾਂਨੇ ਕਹਿੰਦੇ ਨਾ ਅਸੀਂ ਗੁਰੂ ਹੈ। ਉਹ ਮਿਲਦੇ ਕਿਵੇਂ ਹੈ? ਇੱਕ ਕੇਲਾ ਦੇ ਦਿੰਦੇ, ਕੇਲਾ ਇੱਕ ਪਾਸੇ ਕੁੜੀ ਦੇ ਮੂੰਹ ਵਿੱਚ ਕੇਲਾ, ਇੱਕ ਪਾਸੇ ਮੁੰਡੇ ਦੇ ਮੂੰਹ ਵਿੱਚ। ਕਹਿੰਦੇ ਜੀ ਆਖੇ ਅਸੀਂ ਮਿਲਾਪ ਕਰਵਾ ਰਹੇ ਹਾਂ, ਇਹਦੇ ਨਾਲ ਕੁਝ ਨਹੀਂ, ਢਿੱਡ ਚੜ ਚੱਲੀ, ਜੋ ਮਰਜ਼ੀ ਕਰੋ, ਖਾਓ ਪੀਓ, ਹੰਡਾਓ ਮੌਜਾਂ ਕਰੋ। ਆਹ ਜੱਗ ਮਿੱਠਾ ਅਗਲਾ ਕੰਡਿੱਠਾ, ਇਹੋ ਜਿਹੀਆਂ ਘਾੜਤਾਂ ਘੜ ਕੱਢ ਕੇ ਸੁਣਾਉਂਦੇ ਹੈ। ਫੇਰ ਕਹਿੰਦੇ ਰਾਤ ਨੂੰ ਕਮਰੇ ਬੰਦ ਕਰ ਲਵੋ, ਜਦੋਂ ਮੰਤਰ ਦ੍ਰਿੜ ਕਰਵਾਉਣਾ ਜੱਫੀਆਂ ਪਾ ਲਵੋ। 18 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਲੜਕੀ, 35 ਸਾਲ ਦੀ ਉਮਰ ਤੱਕ ਲੜਕਾ, ਏਦੂ ਵੱਡੀ ਉਮਰ ਦੇ ਅੰਦਰ ਨਹੀਂ ਜਾਣ ਦੇਣੇ। ਇਹਨਾਂ ਨੂੰ ਗਲਵਕੜੀਆਂ ਪਾ ਕੇ ਜੱਫੀਆਂ ਪਾ ਕੇ ਮੰਤਰ ਦ੍ਰਿੜ ਕਰਵਾਓ ਕਿ ਖਾਲਸਾ ਜੇ ਮੰਤਰ ਦ੍ਰਿੜ ਹੈ ਕਿ ਭ੍ਰਿਸ਼ਟਾਚਾਰ ਹੈ। ਕਿਹੜੇ 5 ਪਿਆਰੇ ਜੱਫੀਆਂ ਪਾ ਕੇ ਮੰਤਰ ਦ੍ਰਿੜ ਕਰਵਾਉਂਦੇ ਹੈ? ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅਮਰ ਤਿਆਰ ਕੀਤਾ ਜਾਂਦਾ ਹੈ। 5 ਪਿਆਰੇ ਤਾਬਿਆ ਸਤਿਗੁਰੂ ਦੀ ਖੜੋ ਕੇ ਸਾਰੀ ਸੰਗਤ ਨੂੰ ਹਜ਼ੂਰ ਦੇ ਸਾਹਮਣੇ ਖੜਿਆ ਕਰਕੇ ਮੂਲ ਮੰਤਰ ਤੇ ਵਾਹਿਗੁਰੂ ਗੁਰ ਮੰਤਰ ਤੇ ਮਾਲਾ ਮੰਤਰ ਇਹਦੇ ਬਾਰੇ ਦੱਸਿਆ ਜਾਂਦਾ, ਸਿੱਖਿਆ ਦਿੱਤੀ ਜਾਂਦੀ, ਦ੍ਰਿੜ ਕਰਵਾਇਆ ਜਾਂਦਾ ਹੈ। ਇਹ ਗੁਰੂ ਕੇ ਸਿੱਖਾਂ ਨੇ ਸਿੱਖਿਆ ਲੈਣੀ ਹੈ। ਇਹਨਾਂ ਦੇ ਧਾਰੀ ਪਖੰਡੀਆਂ ਤੋਂ ਬਚ ਕੇ ਰਹਿਣਾ ਹੈ। ਕਹਿੰਦੇ ਵਿਛੜ ਤਾਣ ਮਿਲਾਇਆ, ਕਹਿੰਦੇ ਜੀ ਕਿ ਵਿਛੜਿਆ ਨੂੰ ਮਿਲਦੇ ਹੈ। ਉਹ ਵਿਛੜਿਆ ਨੂੰ ਕੀ ਮਿਲਣਾ ਹੈ? ਇਹ ਤਾਂ ਮਿਲਿਆ ਹੋਇਆ ਨਾਲੇ ਵੀ ਵਿਛੜ ਜਾਂਦੇ ਹੈ। 80 ਦੇ ਵਿੱਚ ਤੁਸੀਂ ਸੁਣਿਆ ਹੋਵੇਗਾ 24 ਅਪ੍ਰੈਲ ਨੂੰ ਗੁਰਬਚਨ ਦੇ ਕਿਸੇ ਨੇ ਵੱਖੀ ਚ ਠੋਕ ਦਿੱਤੀ, ਨਾਲ ਹੀ ਪ੍ਰਤਾਪੇ ਨੂੰ ਲੈ ਕੇ ਤੁਰ ਗਿਆ, ਪਿਛਲਾ ਨੂੰ ਵਿਛੋੜਾ ਦੇ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਐਸਾ ਨਹੀਂ ਵਿਛੋੜਾ ਦਿੰਦੇ, ਉਹ ਤਾਂ ਵਿਛੜਿਆਂ ਨੂੰ ਮੇਲਦੇ। ਕਿਵੇਂ ਮੇਲਦੇ ਹੈ? ਭਾਈ ਮਰਦਾਨੇ ਨੂੰ ਮੇਲਿਆ। ਭਾਈ ਮਰਦਾਨਾ ਪਿਛਲੇ ਜਨਮ ਵਿੱਚ ਖਾਲਸਾ ਜੀ ਬੜੀ ਤਪੱਸਿਆ ਕਰਨ ਵਾਲਾ ਸੀ। ਕਾਨਪੁਰ ਵਿੱਚ ਰਹਿੰਦਾ ਸੀ, ਬਹੁਤ ਤਪੱਸਿਆ ਕਰਨ ਵਾਲਾ ਸਾਧੂ ਸੀ। ਪਰ ਇੱਕ ਐਸਾ ਸਮਾਂ ਆ ਗਿਆ, ਭਾਈ ਮਰਦਾਨੇ ਨੂੰ ਨਮੂਨੀਏ ਦੀ ਬਿਮਾਰੀ ਹੋ ਗਈ, ਠੰਡ ਲੱਗ ਗਈ। ਜਿਹੜਾ ਇਹਦਾ ਗੜਵਈ ਸੀ ਉਹਨੇ ਬਹੁਤੀ ਠੰਡ ਲੱਗੀ, ਸਰੀਰ ਦੀ ਬੇਹੋਸ਼ੀ ਸਮਝ ਕੇ ਬਰਾਂਡੀ ਪਿਆ ਦਿੱਤੀ। ਕਈ ਕਾਜ ਵੀ ਸ਼ਕੀਨ ਐਸੇ ਮਿਲ ਜਾਂਦੇ ਹੈ, ਕਿਸੇ ਨੂੰ ਠੰਡ ਲੱਗਦੇ ਬਾਬਾ ਜੀ ਘੁੱਟ ਕੇ ਪੀ ਲਾ ਠੰਡ ਹਟ ਜੂ। ਮਰਦਾਨੇ ਵੱਲ ਚੇਤਾ ਰੱਖਣਾ ਚਾਹੀਦਾ, ਖਾਲਸਾ ਜੀ ਕੀ ਹੋਇਆ ਇਹਦੇ ਨਾਲ। ਭਾਈ ਮਰਦਾਨੇ ਨੂੰ ਠੰਡ ਲੱਗੀ, ਬਰਾਂਡੀ ਪਿਆ ਦਿੱਤੀ, ਸਰੀਰ ਚੜਾਈ ਕਰ ਗਿਆ। ਉਹ ਸ਼ਰਾਬ ਪੀਣ ਦੇ ਕਾਰਨ ਖਾਲਸਾ ਜੀ ਨੂੰ ਡੂਮਾਂ ਦੇ ਘਰੇ ਜੰਮਣਾ ਪਿਆ, ਮਰਾਸੀਆਂ ਦੇ ਮੁਸਲਮਾਨਾਂ ਦੇ ਘਰੇ ਜੰਮਣਾ ਪਿਆ। ਪਰ ਪਿਛਲੀ ਤਪੱਸਿਆ ਦਾ ਸਦਕਾ ਨਨਕਾਣਾ ਸਾਹਿਬ ਚ ਜਨਮ ਹੋ ਗਿਆ। ਅਕਾਲ ਪੁਰਖ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਰਗੁਣ ਵਿੱਚ ਗੁਰੂ ਕੇ ਪਿਆਰੇ ਨੂੰ ਮਿਲਾਪ ਹੋਇਆ ਹੈ। ਪਿਛਲੇ ਜਨਮ ਵਿੱਚ ਗੜਵਈ ਦੀ ਕੁਰੀਤੀ ਦੇ ਕਾਰਨ, ਸ਼ਰਾਬ ਪੀਣ ਦੇ ਕਾਰਨ ਉਹਦਾ ਫਲ ਭੁਗਤਣ ਵਾਸਤੇ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਹੈ, ਉਹਨਾਂ ਦੇ ਘਰੇ ਜਨਮ ਲੈਣਾ ਪਿਆ। ਪਰ ਭਗਤੀ ਦੇ ਕਾਰਨ ਖਾਲਸਾ ਜੀ ਵਿਛੜੇ ਹੋਏ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਨੇ ਮੇਲ ਕੇ ਇਹਦੀ ਕਲਿਆਣ ਕੀਤੀ। ਇਸੇ ਤਰ੍ਹਾਂ ਹੀ ਹੋਰ ਐਸੀਆਂ ਬੇਅੰਤ ਸਾਖੀਆਂ ਹਨ। ਪਹਿਲੇ ਸਰੂਪਰਾ ਵਿਛੜਿਆ ਹੋਇਆ ਮੂਲਾ ਖੱਤਰੀ ਸਤਿਗੁਰੂ ਜੀ ਸਿਆਲਕੋਟ ਵਿੱਚ ਇਹਦੇ ਪਾਸ ਗਏ ਹਨ। ਘਰ ਵਾਲੀ ਦੇ ਆਖੇ ਲੱਗ ਗਿਆ,
सतगुरु ने आवाज मारी, मूलिया बाहर आ। घर वाली कह लगी जी वो तो घरे है नहीं। उन्हें कहा पति दे मसा मसा आया कि कई चिर पिछों ये आप तो उजड़े है गुरु साहब, तैनू भी उजाड़ देंगे। ऐसी सड़ी हुई रस्म में बचन के मूलिया के घर वाली ने आखे लग के कुपत्ती दे गहीरे पाथियों के लोके बैठ गया। गुरु साहब ने कहा अपना मूलिया बाहर आया ना, गहीरे च बैठ गया। घर वाली कहती जी घरे नहीं, जे तो नरक धारीए होंगे तो छले जाते, पर पूर्ण गुरु कौन छड़न वाला खालसा जी सुभाव बचन मूहों निकल गए, मूलिया लोके बैठ गए, चंगा तेरी मर्जी है। उस वेले वारा तो वधिक जो बाणी आउंदी बचन कहे हन, नाल कराड़ा दोस्ती कूड़ी कूड़ा पाए, मरण ना जापा मूलिया आवा किता थाए। मूलिया तेनू तो पता ही नहीं तेरी मौत किथे आनी, लोके बैठ गए। इन्हां बचन कह के गुरु साहब वापस आए। सप निकलिया, मूले ने लड़ गया, उथे ही मौत हो गई। घर वाली ने स्यापा किया, अखीर वरलाप करदे खालसा जी गुरु साहब के चरणों में मूले नूं चुक के लियाई, पाचाताप किया, सच्चे पातशाह गलती हो गई है, कृपा करो बख्श लो, मरे नूं जिउंदे कर दो कि बेअंत आपनी ने कीते है। महाराज कहने लगे हुणे बचन चलिया है वापस नहीं हो सकता, पर साडी शरण विच आउण दा इक लाभ है, इहनूं जूना तक कीती दे कारण भुगतणीआं पैणगीआं, पर असीं 10वें स्वरूप विच इहनूं हुण बख्शांगे, कलो तक टेढ़ियां जूना विच रहेगा। खालसा जी ये मूला सहे दे रूप विच हजूर साहब पहुंचा है। चोजी प्रीत मेदरों सो जीवां दी कल्याण करदे होए हजूर साहब गए हन। उथे वैष्णु नूं भी कुछ कौतक वरता के विखाया। चोजी प्रीत ने जेड़ा तीर चमकौर दी गढ़ी विच 10,000 विधि कढ़िया सी, ओही तीरा दे छोटे जिहे सहे ते बख्श दिता। सिंघां ने बेनती की, महाराज कदे ये तीर चमकौर दी गढ़ी तो छड्डे सी, ये इट्टे वत्ते नाल ही मर जाना सी, एडा तीर काहनूं चला दिता। महाराज कह लगे नहीं भाई ने बचन कीता सी, ओह पूरा कीता। सूर वीर बचन के बली सतगुरु जी हन, सहे दी मुक्त कीती, बिछड़ तान मिलाया, पूरे गुर की देख वडाई। ये पूर्ण गुरु की वडियाई है, जन्मां जन्मांतरां दे विछड़िया होया नूं सतगुरु जी मिला देण। जैसा सतगुरु सुनीदा तैसो ही मैं दीठ, विछड़िया मेला प्रभु हर दरगाह का बसीठ। ये पूर्ण गुरु की वडियाई है। होर सुनो अगे। पशु प्रेत मुग्ध भय स्रोते, सच्चे पातशाह पूर्ण गुरु की होर की वडियाई। महाराज कहंदे पशु प्रेत ते मुग्ध बसमझ इन्हां नूं स्रोते बना देवे, ओहदा नाम गुरु। सतगुरु जी शेरां दी धरती विच गए, उथे कीर्तन करवाया, शेरां नूं सोझी आई बुलाया, बेनती की महाराज असीं तामसी जीवां बख्श लो। महाराज कहने लगे जे आग्या मनो तुहाडी मुक्त हो सकती है, कृपा करो सिक्खी धारण करो। बेनती की प्रवान करांगे। खालसा जी देहां दा त्याग करके गुरु अंगद देव सच्चे पातशाह वेले सिखां दे रूप विच आके उन्हां शेरां ने मानस दे प्राप्त करके सिक्खी कमा के कल्याण प्राप्त कीती। पशु प्रेत प्रेतां दी जोन विच पाननी मुनी जिने प्रेत बन के व्याकरण पूरी की सी। गुरु नानक देव जिस वेले कांसी विच पहुंचे हन, उथे खालसा जी सतगुरु ने उसे बख्शिश की, शब्द उचार के ओ पाननी मुनी नूं दैत बने नूं प्रेत बने हुए नूं सो सचखंड नूं भेजिया सी, कृपा की है। प्रेत मुग्ध भय स्रोते, जेड़े बसमझ हन वो भी स्रोते तक ही अथवा भगते बना दिते। 8वें स्वरूप विच छज्जू नाम विच और जेड़ा गूंगा ते बोला सी ਉਹਦੇ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਜੋ ਪੰਡਤ ਸੀ ਲਾਲ ਨਾਂ ਦੇ ਪੰਡਤ ਜਿਹਨੂੰ ਬੜਾ ਭਾਰੀ ਮਾਣ ਸੀ ਆਪਣੀ ਵਿਦਿਆ ਦਾ, ਅੱਜ ਕੱਲ ਵੀ ਕਈਆਂ ਨੂੰ ਹੋ ਜਾਂਦਾ ਮੈਂ ਜੀ ਵਿਆਕਰਨ ਬਹੁਤ ਹੀ ਪੜ੍ਹਿਆ, ਮੈਨੂੰ ਜੀ ਚਨਾਕਾ ਚੰਗਾ ਹੁੰਦਾ, ਝੂਠ ਬੋਲਣਾ ਚੰਗਾ ਹੁੰਦਾ, ਚਨਾਕੇ ਦੇ ਮੁਤਾਬਕ ਰਾਜਨੀਤੀ ਨੂੰ ਮੁੱਖ ਰੱਖ ਕੇ ਮੈਨੂੰ ਜੀ ਸਾਰ ਕਿਤਾਬਲੀ ਚੰਗੀ ਆ ਗਈ ਹੈ, ਅਧਿਆਤਮ ਪ੍ਰਕਾਸ਼ ਮੈਂ ਬਹੁਤਾ ਪੜ੍ਹ ਲਿਆ, ਵਿਰਾਂਤ ਦੇ ਗ੍ਰੰਥਾਂ ਦਾ ਮੈਂ ਖੋਜੀ ਬਣ ਗਿਆ ਹੈ, ਮੇਰੇ ਜਿੰਨੀ ਵਿਦਿਆ ਕਿਸੇ ਨੂੰ ਫਲਾਨਾ ਤਾਣ ਪੜ੍ਹੀ ਤੁਰਿਆ ਫਿਰਦਾ ਹੈ। ਐਸੀ ਹਾਲਤ ਵੀ ਕਈਆਂ ਦੀ ਵੇਖਣ ਵਿੱਚ ਆਉਂਦੀ ਹੈ, ਪਰ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਵਾ ਦਿੰਦੇ ਹਨ। ਮੁਗਧਾਂ ਨੂੰ ਸਰੋਤ ਤੇ ਬਖਤੇ ਬਣਾ ਦਿੱਤਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਪੂਰਨ ਗੁਰੂ ਦੇ ਲੱਖਣ ਖਾਲਸਾ ਜੀ। ਹਰ ਨਾਮਾ ਮੁਖ ਗਾਇਆ, ਹਰੀ ਪਰਮੇਸ਼ਰ ਦਾ ਨਾਮ ਮੁਖ ਤੋਂ ਗਾਉਣੇ ਕਰਕੇ
ਇਹ ਕਿਰਪਾਲਤਾ ਜੀਵਾਂ ਦੇ ਉੱਪਰ ਹੋ ਗਈ। ਜਦੋਂ ਕਿਰਪਾਲਤਾ ਹੋਈ ਤਾਂ ਆਪ ਮੁਖ ਤੋਂ ਗਹਿਣ ਕਰਨ ਲੱਗ ਪਏ। ਪਸ਼ੂਆਂ ਦੀਆਂ ਜੂਨਾਂ ਵਿੱਚ ਵੀ ਗਹਿਣ ਕਰਵਾ ਦਿੱਤਾ। ਪ੍ਰੇਤਾਂ ਨੂੰ ਸੁਧਾਰ ਕੇ ਉਹਨਾਂ ਤੋਂ ਗਹਿਣ ਕਰਵਾ ਦਿੱਤਾ। ਸਮਝਾਂ ਨੂੰ ਗੀਤਾ ਦੇ ਅਰਥ ਸੁਣਾ ਦਿੱਤੇ। ਐਸੀ ਕਿਰਪਾਲਤਾ ਕੀਤੀ। ਫੇਰ ਦੋਵੇਂ ਪੰਕਤੀਆਂ ਰੰਮ ਤੋਂ ਪੜੋ। ਮ੍ਰਿਤਕ ਕਾ ਪਾਇਓ ਤਨ ਸਾਸਾ। ਜਿਹੜੇ ਭਾਈ ਮ੍ਰਿਤਕ ਕੌਣ ਹੈ? ਜਿਹੜੇ ਗੁਰੂ ਤੋਂ ਬੇਮੁਖ ਹਨ, ਜਿਹੜੇ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ। ਆਖਾਂ ਜੀਵਾਂ ਵਿਸਰੇ ਮਰ ਜਾ, ਜਿਵੇਂ ਬਚਨ ਕਹੇ ਹਨ। ਸੋ ਜਿਹੜੇ ਭੁੱਲ ਜਾਂਦੇ ਹਨ ਵਾਹਿਗੁਰੂ ਨੂੰ, ਉਹ ਮਰ ਜਾਂਦੇ ਹੈ। ਜਿਹੜੇ ਪਰਮੇਸ਼ਰ ਨੂੰ ਭੁੱਲਣ ਰੂਪ, ਬੇਮੁਖ ਹੋਣ ਰੂਪ ਮਰੇ ਹੋਏ ਸੀ, ਕਹਿੰਦੇ ਪਾਇਓ ਤਨ ਸਾਸਾ। ਉਹਨਾਂ ਨੂੰ ਵਾਹਿਗੁਰੂ ਦੇ ਸਨਮੁਖ ਕਰਨ ਰੂਪ, ਪਰਮੇਸ਼ਰ ਦੀ ਭਗਤੀ ਕਰਾਉਣ ਰੂਪ ਇਹ ਸਵਾਸ ਬਖਸ਼ ਦਿੱਤੇ ਸੱਚੇ ਪਾਤਸ਼ਾਹ ਨੇ। ਇਹ ਪੂਰਨ ਗੁਰੂ ਦੀ ਵਡਿਆਈ ਹੈ। ਕਿਵੇਂ ਬਖਸ਼ੇ? ਜਿਵੇਂ ਗੰਗਾ ਬਖਸ਼ ਦਿੱਤੀ, ਜਿਹੜੀ ਗੁਰੂ ਤੋਂ ਬੇਮੁਖ ਸੀ, ਵੀ ਵਿਚਾਰਾਂ ਵਿੱਚ ਲੱਗੀ ਹੋਈ ਸੀ। ਸਦਨਾ ਕਸਾਈ ਜਿਹੜਾ ਬੱਕਰੇ ਵੱਢਣ ਵਿੱਚ ਹੀ ਲੱਗਾ ਹੋਇਆ ਸੀ, ਮਰਿਆ ਹੋਇਆ ਸੀ, ਗੁਰੂ ਵੱਲੋਂ ਬੇਮੁਖ ਹੋਣ ਰੂਪ। ਇਸੇ ਤਰ੍ਹਾਂ ਹੀ ਜਿਹੜੇ ਅਜਾਮਲ ਪਾਪੀ ਵਰਗੇ ਦੇਸਵਾਗਾਮੀ ਬਣੇ ਹੋਏ ਸੀ, ਇਹ ਮਰੇ ਹੋਏ ਸੀ ਗੁਰੂ ਕੇ ਪਿਆਰਿਓ। ਇਹਨਾਂ ਵਿੱਚ ਪਰਮੇਸ਼ਰ ਦਾ ਗਿਆਨ ਰੂਪ, ਸਵਾਸ ਪਾਉਣ ਰੂਪ ਇਹ ਸਤਿਗੁਰੂ ਨੇ ਜਿਉਂਦੇ ਕਰ ਦਿੱਤਾ ਮਰਿਆ ਹੋਇਆਂ ਨੂੰ। ਵਿਚਰਤ ਆਣ ਮਿਲਾਇਆ। ਤੇ ਜਿਹੜੀਆਂ ਜਿੰਦਾਂ ਵਿਛੜੀਆਂ ਸੀ, ਵਾਹਿਗੁਰੂ ਪਰਮੇਸ਼ਰ ਵੱਲੋਂ ਔਗਣਾ ਕਰਕੇ ਉਹਨਾਂ ਰੂਹਾਂ ਨੂੰ ਆਪਣੇ ਵਿੱਚ ਮਿਲਾ ਲਿਆ। ਜਾਂ ਅਥਵਾ ਵਿਚਰਤ ਆਣ ਮਿਲਾਇਆ। ਜਿਹੜਾ ਜੀਵ ਵਿਛੜਿਆ ਸੀ, ਕੁਕਰਮਾਂ ਕਰਕੇ ਟੇਢੀਆਂ ਜੂਨਾਂ ਚ ਭੌਂਦਾ ਫਿਰਦਾ ਸੀ, ਮਨੁੱਖਾ ਜਨਮ ਬਖਸ਼ ਕਰਕੇ, ਸਿੱਖੀ ਬਖਸ਼ ਕੇ ਉਹਨਾਂ ਨੂੰ ਮਿਲਾ ਲਿਆ ਹੈ। ਜਿਵੇਂ ਭਾਈ ਸ਼ਮੀਰ ਨੂੰ ਸੋ ਬੇਅੰਤ ਜਨ ਸੁਪਨੇ ਵਿੱਚ ਭੁਗਤਾ ਕੇ ਮਿਲਾ ਲਿਆ ਆਪਣੇ ਨਾਲ। ਪੂਰੇ ਗੁਰ ਕੀ ਦੇਖ ਵਡਾਈ। ਇਹ ਆ ਪੂਰਨ ਗੁਰੂ ਦੇ ਲੱਖਣ। ਅੱਜ ਦੇ ਕਿਸੇ ਰੜੇ ਰਾਜਾ ਸਵਾਮੀ ਤੇ ਨੜੇ ਨਰਕਧਾਰੀ ਨੂੰ ਪੁੱਛ ਕੇ ਵੇਖੋ, ਵਿਛੜਿਆਂ ਨੂੰ ਤਾਂ ਕੀ ਮਿਲਾਉਣਾ, ਨਾਲ ਦੇ ਨੂੰ ਵਿਛੋੜੀ ਜਾਂਦੇ ਆਣ ਕੇ ਸਹਾਇਤਾ ਵੀ ਨਹੀਂ ਕਰਦੇ ਉਹਨਾਂ ਦੀ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ। ਜਿਹੜੇ ਪਸ਼ੂਆਂ ਵਰਗੇ ਕਾਮੀ ਹੈ, ਕਈਆਂ ਮਨੁੱਖਾਂ ਦਾ ਹੀ ਪਸ਼ੂਆਂ ਵਰਗਾ ਸੁਭਾਅ ਹੈ। ਪਸ਼ੂ ਚ ਕੀ ਔਗਣ ਹੈ? ਪੂਛ ਮਾਰਨੀ, ਛੜਾ ਮਾਰਨੀਆਂ, ਸਿੰਘ ਮਾਰਨੇ, ਢੁੱਡ ਮਾਰਨੀ, ਲੱਤਾਂ ਮਾਰੀ ਜਾਣੀਆਂ, ਇਹ ਔਗਣ ਹੈ। ਤੇ ਬਕਾਰਾਂ ਵਿੱਚ, ਖਾਣ ਵਿੱਚ ਹਰ ਵੇਲੇ ਬੱਕਰੀਆਂ ਨੂੰ ਲੱਗੇ ਰਹਿਣਾ, ਇਹ ਔਗਣ ਹੈ ਪਸ਼ੂ ਦੇ ਵਿੱਚ। ਇਹੋ ਜਿਹੀ ਕਈਆਂ ਮਨੁੱਖਾਂ ਨੇ ਵੀ ਧਾਰਨ ਕਰ ਲਏ ਹੈ। ਪਸ਼ੂ ਵਰਗਾ ਸੁਭਾਅ ਹੈ। ਤਰਕਾ ਰੂਪੀ ਛੜਾ ਹੀ ਮਾਰੀ ਜਾਣੀਆਂ, ਹਰ ਵੇਲੇ ਤਰਕ ਹੀ ਤਰਕ ਮਾਰੀ ਜਾਣੀ। ਭਾਵੇਂ ਕਿੰਨਾ ਮਿੱਠਾ ਬੋਲੀ ਜਾਓ ਕਿਸੇ ਅੱਗੇ, ਉਹਨੂੰ ਕੌੜਾ ਹੀ ਅੱਗੋਂ ਬੋਲਣਾ। ਜਦ ਬੋਲੇ ਤਬ ਫੀਕੇ ਵਾਲੀ ਹਾਲਤ ਤੇ ਤਰਕਾ ਰੂਪੀ ਛੜਾ ਮਾਰਨੀਆਂ। ਇਹ ਡੰਗਰ ਦਾ ਸੁਭਾਅ ਹੈ। ਈਰਖਾ ਰੂਪੀ ਪੂਛ ਮਾਰੀ ਜਾਣੀ। ਮੱਥਾ ਟੇਕ ਦਿਓ, ਫਤਿਹ ਬੁਲਾ ਦਿਓ, ਜੱਫੀ ਚ ਲੈ ਲਵੋ, ਤਾਂ ਵੀ ਈਰਖਾ ਚ ਸੜੇ ਹੀ ਰਹਿਣਾ। ਇਹ ਵੀ ਪ੍ਰਭਤਾ ਹੀ ਨਹੀਂ ਕਿਉਂ ਹੋ ਗਈ? ਮੈਂ ਇੱਥੋਂ ਪਿੱਛੋਂ ਆਇਆ ਸੀ, ਪਿੱਛੋਂ ਜੰਮਿਆ ਸੀ, ਸਕੂਲ ਤੇ ਗਿਆ ਹੀ ਨਹੀਂ, ਲੋਕਾਂ ਵਿੱਚ ਕਿਉਂ ਸਤਿਕਾਰ ਹੋ ਗਿਆ? ਸੜੀ ਜਾਣਾ, ਪੇਸ਼ ਜਾਣੀ ਕੋਈ ਨਾ। ਤੇ ਈਰਖਾ ਰੂਪੀ ਪੂਛ ਮਾਰਨੀ। ਰਾਗ ਤੇ ਦਵੈਖ ਰੂਪੀ ਸਿੰਘ ਮਾਰਨੇ। ਕਿਸੇ ਨਾਲ ਬਿਨਾਂ ਕਾਰਨੋਂ ਮੋਹ ਤੇ ਕਿਸੇ ਨਾਲ ਬਿਨਾਂ ਕਾਰਨੋਂ ਵੈਰ ਬੰਨੀ ਰੱਖਣਾ, ਝਗੜਾ ਪਾਈ ਰੱਖਣਾ। ਇਹ ਪਸ਼ੂਆਂ ਵਾਲਾ ਜਿਨ੍ਹਾਂ ਦਾ ਸੁਭਾਅ ਸੀ, ਉਹਨਾਂ ਨੂੰ ਵੀ ਕਿਰਪਾਲਤਾ ਕਰਕੇ ਮੇਰੇ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ ਲਿਆ। ਅਕਰਤ ਘੜਾ ਨੂੰ ਪਾਲਦਾ ਪ੍ਰਭ ਨਾਨਕ ਸਰਬ ਸਿੰਧ ਰੂਪ ਜੋ ਹੋਏ। ਇਹ ਪੂਰਨ ਗੁਰੂ ਦੀ ਵਡਿਆਈ ਹੈ। ਪਸ਼ੂ ਪ੍ਰੇਤ ਤੇ ਪ੍ਰੇਤਾਂ ਨੂੰ ਵੀ ਬਖਸ਼ ਲਿਆ। ਪ੍ਰੇਤ ਕੌਣ ਹੈ? ਜਿਹੜੇ ਸ਼ਰਾਬ ਪੀਂਦੇ ਹੈ, ਉਹ ਪ੍ਰੇਤ ਬਣਦੇ ਹੈ। ਜਿਹੜੇ ਨਾਮ ਨਹੀਂ ਜਪਦੇ, ਉਹ ਵੀ ਪ੍ਰੇਤ ਹੈ। ਗੁਰੂ ਕੀ ਬਾਣੀ ਦਾ ਫੈਸਲਾ ਹੈ, ਕਾਲਮ ਹੈ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੀ, ਦੁਆਪਰ ਪ੍ਰੇਤਾ ਮਾਨਸ ਵਰਤਾ, ਵਿਰਲਾ ਹੋ ਮੈਂ ਮਾਰੀ। ਜਿਹੜੇ ਨਾਮ ਨਹੀਂ ਜਪਦੇ, ਉਹ ਵੀ ਗੁਰੂ ਕੇ ਪਿਆਰੇ ਚੋਰ ਤੇ ਪ੍ਰੇਤਾਂ ਦੀ ਤਰ੍ਹਾਂ ਹਨ। ਉਹਨਾਂ ਨੂੰ ਵੀ ਅੰਤ ਦੇ ਸਮੇਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿੰਦ ਬਿਰਦ ਜਾਣ ਕੇ ਸਰਨ ਆਇਆਂ ਨੂੰ ਬਖਸ਼ ਲਿਆ। ਪ੍ਰੇਤ ਮੁਗਧ ਭੈ ਸਰੋਤੇ। ਤੇ ਜਿਹੜੇ ਮੁਗਧ ਮੂਰਖ ਸੀ, ਉਹ ਵੀ ਸਰੋਤੇ ਬਣਾ ਦਿੱਤੇ ਸਤਿਗੁਰੂ ਨੇ ਕਿਰਪਾਲਤਾ ਕਰਕੇ। ਸੋ ਜਿਵੇਂ ਸੱਚਣ ਸੱਚ ਨੂੰ ਚੰਬੜੀ ਸੀਗੀ, ਜੰਗਲ ਵਿੱਚ ਜਾਣ ਕਰਕੇ ਤੇ ਉਹਦੇ ਖੜਾਂ ਵੱਜ ਕੇ ਮੂਰਖ ਬਣ ਗਈ ਸੀ, ਬਸੰਤ ਬਣ ਗਈ ਸੀ। ਫਿਰ ਸੱਚਣ ਸੱਚ ਦੀ ਸੇਵਾ ਵੇਖ ਕੇ ਉਹਦੇ ਨਾਲ ਵਿਆਹ ਦਿੱਤੀ ਸੀ। ਇਸ ਤਰ੍ਹਾਂ ਬਸੰਤਾਂ ਨੂੰ ਨਿਹਾਲ ਕਰ ਦਿੱਤਾ। ਹਰ ਨਾਮਾ ਮੁਖ ਗਾਇਆ। ਹਰੀ ਪਰਮੇਸ਼ਰ ਦਾ ਨਾਮ ਮੁਖ ਤੋਂ ਗਾਉਣ ਵਾਲੇ ਬਣ ਕੇ ਗਾਉਂਦੇ ਹਨ। ਪੂਰੇ ਗੁਰ ਕੀ ਦੇਖ ਵਡਾਈ। ਇਹ ਹੈ ਖਾਲਸਾ ਜੀ ਪੂਰਨ ਗੁਰੂ ਦੀ ਵਡਿਆਈ। ਜਿਹਦੇ ਵਿੱਚ ਗੁਣ ਹੋਣ ਉਹਦੇ ਤੇ ਥੋੜਾ ਘੜਾ ਨਿਸ਼ਚਾ ਕਰ ਲਿਆ ਕਰੋ, ਪਰ ਇਹ ਗੁਣ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹਨ, ਹੋਰ ਕਿਸੇ ਪਖੰਡੀ ਵਿੱਚ ਨਹੀਂ। ਜਿਹੜਾ ਬਹੁਤਾ ਉਰਾ ਪਰਾ ਕਰੇ
ਉਹ ਤੱਤੀ ਲੋਹ ਤਤਾਉਣ ਕੀ ਬੈਠਣਾ, ਤੱਤਾ ਸਰੀਆ ਕਰਕੇ ਸੀਖ ਲੋਹੇ ਦੀ ਗਰਮ ਕਰਕੇ ਉਹਦੀ ਲੱਤ ਤੇ ਲਾ ਕੇ ਵੇਖ ਲਿਆ ਕਰੋ। ਜੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਤੇ ਮਲਮ ਪੱਟੀ ਲਾ ਦਿੱਤੀ ਤੇ ਟੀਕਾ ਮਾਰੇ ਤੇ ਬੰਨ ਕੇ ਚੁੱਟ ਸੁੱਟ ਦਿਆ ਕਰੋ। ਪੂਰਨ ਗੁਰੂ ਸੱਤੀ ਤਵੀ ਤੇ ਬੈਠ ਕੇ ਦੁਸ਼ਮਣਾਂ ਨੂੰ ਮਿੱਤਰ ਕਹਿੰਦੇ ਹਨ। ਤਾਕੀ ਕੀਮਤ ਕਹਿਣ ਨਾ ਜਾਈ। ਪੂਰਨ ਗੁਰੂ ਦੀ ਕੀਮਤ ਨਹੀਂ ਕਹੀ ਜਾਂਦੀ ਖਾਲਸਾ ਜੀ। ਦੇਹਧਾਰੀਆਂ ਦੀ ਕੀਮਤ ਹੈ 11 ਲੱਖ ਰੁਪਇਆ। ਆ ਬੀਬੀ ਇੰਦਰਾ ਦੇ ਤੇ ਪਟੇਲ ਦੇ ਜਿਹੜੇ ਪੈਦਾ ਕੀਤੇ ਨਰਕ ਧਾਰੀਏ, ਹੁਣ ਤਾਂ ਭਾਵੇਂ ਤਰਲੇ ਮਿੰਤਾਂ ਕੱਢੀ ਜਾਂਦੇ ਸਾਨੂੰ ਬਖਸ਼ ਲਓ। ਵੇਖੋ ਖਾਲਸੇ ਦੀ ਮਰਜ਼ੀ ਹੈ, ਬਖਸ਼ੇ ਨਾ ਬਖਸ਼ੇ। ਅਕਾਲ ਤਖਤ ਸਾਹਿਬ ਦੇ ਵੱਸ ਹੈ ਗੱਲ। ਬਹੁਤ ਤਰਲੇ ਕੱਢਣ ਲੱਗੇ ਹੋਏ ਹੈ। ਉਹਦਾ ਮੁੰਡਾ ਜਿਹੜਾ ਭੋਲਾ ਉਹਨੂੰ ਕਹਿੰਦੇ ਹੈ। ਸੋ ਖਾਲਸਾ ਜੀ ਬੀਬੀ ਇੰਦਰਾ ਦੀ ਤੱਕੜੀ ਵਿੱਚ ਬੈਠ ਕੇ ਗੁਰਬਚਨਾਂ ਤੇ ਕੰਤ ਉਹਦੇ ਘਰ ਵਾਲੀ ਕੁਲਵੰਤ ਕੌਰ ਉਹਦਾ ਨਾਂ ਸੀ, ਇੱਕ ਤੱਕੜੀ ਚ ਪਾਲੜੇ ਚ ਬੈਠੇ ਹੈ ਤੇ ਇੱਕ ਪਾਸੇ ਮਾਇਆ ਪਈ ਹੈ। ਉੱਤੇ ਹਿੰਦੀ ਦੇ ਅੱਖਰਾਂ ਚ ਲਿਖਿਆ, ਗੁਰਬਾਣੀ ਲਿਖੀ ਹੈ, ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣਹਾਰ। ਪੰਗ ਚ ਇਹ ਲਿਖਿਆ ਤੇ ਵਿੱਚ ਜੇ ਧਾਰੀ ਬੈਠਾ। ਕੀਮਤ ਕਿੰਨੀ ਪਈ? ਦੋਹਾਂ ਦੀ 11 ਲੱਖ। 5.5 ਲੱਖ ਰੁਪਇਆ ਕੀਮਤ ਪੈ ਗਈ। ਮਹਾਰਾਜ ਕਹਿੰਦੇ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਈ। ਤੇ ਜੇ 11 ਲੱਖ ਦੇ ਦੋਵੇਂ ਪਤੀ ਸਤੀ ਆ ਤੇ ਫਿਰ ਤਾਂ ਕੀਮਤ ਵਿੱਚ ਆ ਗਏ। ਪੂਰਨ ਗੁਰੂ ਕਿਵੇਂ ਹੋਏ? 5.5 ਲੱਖ ਇੱਕ ਦੀ ਕੀਮਤ ਆਈ। ਨਾਰਦ ਨੇ ਗੋਪੀਆਂ ਨੂੰ ਪੁੱਛਿਆ, ਗੋਪੀਓ ਤੁਸੀਂ ਕ੍ਰਿਸ਼ਨ ਭਗਵਾਨ ਜੀ ਨੂੰ ਪ੍ਰਾਪਤ ਕਿਵੇਂ ਕੀਤਾ? ਕਹਿਣ ਲੱਗੀਆਂ ਨਾਰਦ ਪੁੰਨ ਕਰਕੇ। ਫਿਰ ਹੁਣ ਨਹੀਂ ਕੁਝ ਕਰਨਾ ਗਾ, ਨਹੀਂ ਲੋੜ। ਕਹਿਣ ਲੱਗੀਆਂ ਲੋੜ ਹੈ, ਫਿਰ ਹੁਣ ਕੋਈ ਦਾਨ ਕਰੋ। 10 ਨਾਰਦ ਕੀ ਮੰਗਦਾ ਹੈ? ਨਾਰਦ ਕਹਿਣ ਲੱਗਾ ਕ੍ਰਿਸ਼ਨ ਭਗਵਾਨ ਹੀ ਦਾਨ ਕਰ ਦਿਓ। ਜਦੋਂ ਇਹ ਗੱਲ ਕਈ ਅਲਬੇਲੀਆਂ ਹੋਈਆਂ ਨੇ, ਕਹਿਣ ਲੱਗੇ ਤਥਾਸਤੂ ਦਾ ਭਾਵ ਹੈ ਦਾਨ ਦਿੱਤਾ। ਕ੍ਰਿਸ਼ਨ ਜੀ ਬਾਹਰੋਂ ਆਏ, ਕਹਿਣ ਲੱਗੇ ਨਾਰਦ ਕਹਿਣ ਲੱਗਾ ਚਲੋ ਭਗਵਾਨ ਜੀ। ਕ੍ਰਿਸ਼ਨ ਜੀ ਕਹਿਣ ਲੱਗੇ ਕਿੱਥੇ ਚੱਲਣਾ? ਕਹਿਣ ਲੱਗੇ ਮੈਂ ਦਾਨ ਕਰਵਾ ਲਿਆ, ਮੇਰੇ ਆਸ਼ਰਮ ਤੇ ਚੱਲੋ। 7 ਭਾਵਾਂ ਨੂੰ ਤੇ ਰੁਕਮਣੀ ਨੂੰ ਪੁੱਛਿਆ, ਰੁਕਮਈਆ ਦੀ ਭੈਣ ਨੂੰ। ਕਹਿਣ ਲੱਗੀਆਂ ਹਾਂ ਜੀ ਅਸੀਂ ਕਹਿ ਬੈਠੀਆਂ। ਕਹਿੰਦੇ ਚੰਗਾ। ਤੁਰ ਪਏ ਭਗਵਾਨ। ਲੱਗੀਆਂ ਵਰਲਾਪ ਕਰ, ਨਾਰਦ ਬੜਾ ਪਾਪ ਕੀਤਾ, ਤੂੰ ਛੜੀਆਂ ਨਿਕਲਿਆ, ਪਤਾ ਨਹੀਂ ਗਾ ਤਾਂ ਕਦੋਂ ਮਿਲਣਗੇ। ਕ੍ਰਿਸ਼ਨ ਜੀ ਹੁਣੇ ਸਾਡੇ ਕੋਲ ਖੋਹ ਕੇ ਲੈ ਚੱਲਣ, ਛੋੜਾ ਪਾ ਦਿੱਤਾ। ਨਾਰਦ ਕਹਿਣ ਲੱਗਾ ਇੱਕ ਮੈਂ ਢੰਗ ਦੱਸਦਾ, ਇਹ ਤੁਹਾਡੇ ਕੋਲ ਰਹਿ ਸਕਦੇ ਭਗਵਾਨ ਜੀ। ਕਹਿਣ ਲੱਗੀਆਂ ਦੱਸੋ। ਨਾਰਦ ਕਹਿਣ ਲੱਗਾ ਕਿ ਭਗਵਾਨ ਦੇ ਬਰਾਬਰ ਮਾਇਆ ਤੋਲ ਦਿਓ। ਜੇ ਤਾਂ ਭਗਵਾਨ ਜੀ ਮਾਇਆ ਨਾਲ ਤੁਲ ਗਏ ਤੇ ਫਿਰ ਕ੍ਰਿਸ਼ਨ ਜੀ ਨੂੰ ਤੁਸੀਂ ਰੱਖ ਲਿਓ ਤੇ ਮਾਇਆ ਮੈਂ ਲੈ ਜਾਵਾਂਗਾ, ਤੇ ਜੇ ਮਾਇਆ ਨਾਲ ਨਾ ਤੁਲੇ ਤੇ ਫਿਰ ਮੈਂ ਜ਼ਰੂਰ ਲਿਜਾਵਾਂਗਾ। ਖਾਲਸਾ ਜੀ 16,000 ਤੇ 360 ਸੀ। 8 ਵੀ ਆਉਂਦਾ, 7 ਵੀ ਕਈ ਕਹਿੰਦੇ, ਪਰ 8 ਹੀ ਗਿਣ ਲਓ। 16,308 ਗੋਪੀਆਂ ਸੀ ਭਗਵਾਨ ਜੀ ਦੀਆਂ। 308 ਵਿਆਹੀਆਂ ਸੀ, 16,000 ਤੇ ਉਸੇ ਤਰ੍ਹਾਂ ਕਿਰਪਾ ਕੀਤੀ ਸੀ। ਸਾਰੀਆਂ ਨੇ ਗਹਿਣਾ ਗੱਟਾ ਲਾ ਕੇ ਇੱਕ ਤੱਕੜੀ ਦੇ ਪਾਲੜੇ ਚ ਪਾ ਦਿੱਤੇ। ਤੇ ਖਾਲਸਾ ਜੀ ਤਾਂ ਵੀ ਭਗਵਾਨ ਦਾ ਪਲੜਾ ਨਹੀਂ ਸੀ ਉਠਾ ਸਕਦੀ ਮਾਇਆ, ਕਿਉਂਕਿ ਭਗਵਾਨ ਦੇ ਬਰਾਬਰ ਝੂਠੀ ਮਾਇਆ ਕਿਵੇਂ ਤੁਰ ਸਕਦੀ ਹੈ? ਤੇ ਜੇ ਕ੍ਰਿਸ਼ਨ ਭਗਵਾਨ ਜੀ ਦੇ ਬਰਾਬਰ ਮਾਇਆ ਨਹੀਂ ਤੁਰ ਸਕਦੀ, ਜਿਹਨੂੰ 17 ਵੇਰਾ ਜਰਾਸੰਧ ਨੇ ਤੇ 21 ਵੇਰਾ ਖੜਕ ਸਿੰਘ ਨੇ ਜੰਗ ਵਿੱਚੋਂ ਭਜਾਇਆ, ਤੇ ਪੂਰਨ ਗੁਰੂ ਤਾਂ ਕਿਸੇ ਵੀ ਜੰਗ ਵਿੱਚੋਂ ਕਾਂਡਵ ਖਾ ਕੇ ਨਹੀਂ ਭੱਜੇ। ਉਸ ਪੂਰਨ ਗੁਰੂ ਦੀ ਕੋਈ ਕੀਮਤ ਕਿਵੇਂ ਪਾ ਸਕੇਗਾ? ਭਾਵੇਂ ਕ੍ਰਿਸ਼ਨ ਭਗਵਾਨ ਜੀ 56 ਕਰੋੜ ਕੋਲ ਮੰਨੀ ਹੈ, 25,000 ਮਾਸਟਰ ਇਹਦੀ ਕੋਲ ਨੂੰ ਪੜਾਉਣ ਵਾਲਾ ਗ੍ਰੰਥਾਂ ਵਿੱਚ ਲਿਖਿਆ, ਪਰ ਇਸ ਪਾਸੇ ਨਾ ਪਈਏ। ਪੂਰਨ ਗੁਰੂ ਨੂੰ ਕਿਸੇ ਨੇ ਕੀ ਤੋਲਣਾ ਤੇ ਕੀਮਤ ਪਾ ਸਕਣੀ ਹੈ? ਅਵਤਾਰਾਂ ਦੀ ਕੀਮਤ ਨਹੀਂ ਪਾ ਸਕੀ। ਤੇ ਅਵਤਾਰ ਨਾ ਜਾਣ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ ਹੈ। ਤੇ ਜੇ ਅਵਤਾਰ ਦੀ ਕੀਮਤ ਨਹੀਂ, ਗੁਰੂ ਦੀ ਕੀਮਤ ਕਿਵੇਂ ਕੋਈ ਪਾ ਸਕੇਗਾ? ਅਧੂਰੇ ਦੇ ਗੁਰੂਆਂ ਦੀ ਜ਼ਰੂਰ ਕੀਮਤ ਪੈ ਜਾਂਦੀ ਹੈ, ਨਰਕ ਧਾਰੀਆਂ ਦੀ ਤੇ ਹੋਰਨਾਂ ਦੀ। ਪੂਰਨ ਗੁਰੂ ਦੀ ਕੀਮਤ ਨਹੀਂ ਕਹੀ ਜਾ ਸਕਦੀ ਰਸਨਾ ਦੇ ਨਾਲ। ਦਸਰਾਨ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ, ਦੁਖ ਸੋਗ ਕਾ ਢਾਹਿਓ ਡੇਰਾ। ਪੂਰਨ ਗੁਰੂ ਦੀ ਹੋਰ ਕੀ ਵਡਿਆਈ ਹੈ? ਮਹਾਰਾਜ ਕਹਿੰਦੇ ਜੰਮਣ ਮਰਨ ਦਾ ਦੁੱਖ ਤੇ ਸੋਗ ਝੋਰਾ ਲੱਗੇ ਰਹਿਣਾ। ਮੈਨੂੰ ਕੋਈ ਫੜ ਕੇ ਨਾ ਲੈ ਜੇ, ਮੈਨੂੰ ਕੋਈ ਮਾਰ ਨਾ ਦੇਵੇ, ਮੇਰੇ ਤੇ ਟੈਕਸ ਨਾ ਲੱਗ ਜਾਵੇ, ਮੇਰੇ ਹੱਥ ਕੜੀ ਨਾ ਲੱਗ ਜਾਵੇ, ਕੰਬੀ ਜਾਣਾ ਟੋਪੀ ਵਾਲਿਆਂ ਨੂੰ ਵੇਖ ਕੇ। ਇਹਦਾ ਡੇਰਾ ਕਿਹੜਾ? ਅਗਿਆਨ। ਜੇ ਗਿਆਨ ਹੋ ਜਾਵੇ ਵੀ ਮਰਨ ਲਿਖਾਏ ਮੰਡਲ ਨਾ ਆਏ, ਮਾਤ ਲੋਕ ਵਿੱਚੋਂ ਮਰਨਾ ਲਿਖਾ ਕੇ ਪਰਲੋਕ ਵਿੱਚੋਂ ਮਰਨਾ ਲਿਖਾ ਕੇ ਮਾਤ ਲੋਕ ਵਿੱਚ ਆਏ ਹੈ। ਇਹ ਗਿਆਨ ਦੀ ਪ੍ਰਾਪਤੀ ਹੋ ਜਾਵੇ ਕਿ ਚਲੇ ਜਾਣਾ ਜੋਪ ਜਿਓ ਸੋ ਬਿੰਸ ਹੈ, ਜ਼ਰੂਰ ਜਾਣਾ ਹੈ, ਨਿਸ਼ਚਾ ਪ੍ਰਪੱਕਤਾ ਸਹਿਤ ਹੋ ਜਾਵੇ।
ਸੋ ਖਾਲਸਾ ਜੀ ਫੇਰ ਨਾ ਤਾਂ ਝੋਰਾ ਤੇ ਨਾ ਜੰਮਣ ਮਰਨ ਦਾ ਦੁੱਖ, ਇਹਦਾ ਡੇਰਾ ਗਿਆਨ ਕੱਢ ਦਿੱਤਾ ਹਿਰਦੇ ਵਿੱਚੋਂ। ਗੁਰੂ ਸਾਹਿਬ ਨੇ ਗਿਆਨ ਰੂਪੀ ਦੀਵਾ ਜਗਾ ਕੇ ਸਤਿਗੁਰ ਸ਼ਬਦ ਉਜਾਰੋ ਦੀਪਾ, ਦਿਨ ਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ ਬਖਸ਼ਿਸ਼ ਹੋ ਗਈ। ਪੂਰਨ ਗੁਰੂ ਦੀ ਵਡਿਆਈ ਆਏ ਆਨੰਦ ਮੰਗਲ ਬਿਸਰਾਮਾ। ਜੋ ਆਨੰਦ ਸਰੂਪ ਹੈ ਪਰਮੇਸ਼ਰ ਮੰਗਲ ਖੁਸ਼ੀਆਂ ਦੇ ਦੇਣ ਵਾਲਾ, ਉਹਦੇ ਵਿੱਚ ਵਿਸਰਾਮਾ ਟਿਕਾਵਾ ਆ ਗਿਆ ਹੈ। ਹੱਕ ਲੈਣ ਦੇ ਕੰਮ ਪੂਰੇ ਕਰਾਉਣ ਵਾਲਾ ਗੁਰੂ ਆਪ ਹੀ ਹੈ। ਗੁਰੂ ਤੇ ਨਿਸ਼ਚੈ ਰੱਖੋ ਜ਼ਰੂਰ ਪੂਰੇ ਕਰਾ ਦੇਗਾ। ਪਿੱਛੇ ਕਰਵਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਕਰਵਾਵੇਗਾ। ਇਹਾਂ ਸੁਖ ਆਗਾ ਮੁਖ ਉਜਲ। ਜਿਹੜਾ ਨਾਮ ਜਪਦਾ ਨੂੰ ਐ ਸ਼ਲੋਕ ਵਿੱਚ ਵੀ ਸੁਖ ਤੇ ਅੱਗੇ ਵੀ ਮੁਖ ਉਜਲਾ। ਆਗਾ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬੰਤ ਬਣਾਏ ਫਿਰ ਡੋਲਤ ਕਤਹੁ ਨਾਹੀ। ਮਿਟ ਗਏ ਆਵਣ ਜਾਣੇ। ਫੇਰ ਪੜੀ ਪੰਕਤੀ ਹਾਂ। ਇਹਾਂ ਸੁਖ ਆਗਾ ਮੁਖ ਉਜਲ। ਇਹਨਾਂ ਅੱਖਰਾਂ ਦੇ ਵਿੱਚ ਉਪਾਸ਼ਕ ਦੀ ਅਵਸਥਾ ਦੱਸੀ ਹੈ। ਜਿਹੜੇ ਉਪਾਸ਼ਕ ਨੇ ਉਹਨਾਂ ਨੂੰ ਇੱਥੇ ਵੀ ਸੁੱਖ ਤੇ ਅੱਗੇ ਮੁੱਖ ਉਜਲਾ ਹੁੰਦਾ, ਅੰਤःਕਰਨ ਵੀ ਉਹਨਾਂ ਦਾ ਉਜਲਾ ਪਵਿੱਤਰ ਹੈ। ਉਪਾਸ਼ਕ ਜਿਹੜੇ ਹਨ ਜਗਿਆਸੂ, ਮਿਟ ਗਏ ਆਵਣ ਜਾਣੇ। ਜਿਹੜੇ ਬ੍ਰਹਮ ਗਿਆਨੀ ਹੈ, ਜਿਨ੍ਹਾਂ ਨੂੰ ਵਾਸ਼ਨਾ ਕਿਸੇ ਪ੍ਰਕਾਰ ਦੀ ਨਹੀਂ, ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ। ਇਹ 84 ਦਾ ਗੇੜਾ ਕੱਟਿਆ ਗਿਆ ਮਹਾਂਪੁਰਖਾਂ ਦਾ। ਨਿਰਭਉ ਭਏ ਹਿਰਦਾ ਨਾਮ ਵਸਿਆ। ਉਹਨਾਂ ਦੀ ਅਵਸਥਾ ਕੀ ਹੋ ਗਈ? ਕਹਿੰਦੇ ਹਿਰਦਾ ਨਾਮ ਵਸਿਆ ਨਿਰਭਉ ਭਏ। ਨਿਰਭਉ ਇੱਕ ਦਾ ਵਾਚਕ ਹੈ, ਸਭ ਆਕਾਰ ਹੈ। ਨਿਰਭਉ ਹਰਿ ਜੀਉ ਸੋਏ, ਨਿਰਭਉ ਨਿਰੰਕਾਰ ਸਚ ਏਕ। ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਮੰਤਰ ਨਾਮ ਵਸ ਗਿਆ, ਉਹ ਨਿਰਭਉ ਦਾ ਭੈ ਰੂਪ ਹੀ ਹੋ ਗਏ। ਹਰ ਕਾ ਸੇਵਕ ਹਰੀ ਜਿਹਾ, ਢੇਰ ਨ ਜਾਣੋ ਮਾਨਸ ਦੇਹਾ। ਆਪਣੇ ਸਤਿਗੁਰ ਕਾ ਮਨ ਭਾਣੇ। ਉਹ ਆਪਣੇ ਸਤਿਗੁਰ ਦੇ ਮਨ ਚ ਭਾ ਗਏ, ਆਪਣੇ ਸਤਿਗੁਰ ਦਾ ਮਨ ਚ ਭਾਣਾ ਮੰਨਦੇ ਆ। ਜਿਨ੍ਹਾਂ ਨੇ ਭਾਣਾ ਮੰਨਿਆ ਭਾਣੇ ਭਾ ਗਏ। ਜਿਹੜੇ ਭਾ ਗਏ ਉਹਨਾਂ ਦੇ ਵਿੱਚ ਮਨ ਚ ਭਾਣੇ ਪ੍ਰਕਾਸ਼ ਹੋ ਗਿਆ। ਭਾ ਨਾਮ ਸੂਰਜ ਦਾ, ਸੂਰਜ ਤੋਂ ਪ੍ਰਕਾਸ਼ ਲੈਣਾ, ਭਾਣੇ ਨਾਲ ਭਾਉਣ ਦਾ ਭਾ ਗਏ ਤੇ ਭਾਣੇ ਨੂੰ ਮੰਨਦੇ ਹਨ। ਉਠਤ ਬੈਠਤ ਹਰ ਗੁਣ ਗਾਵਾ। ਸੱਚੇ ਪਾਤਸ਼ਾਹ ਜੀ ਨਾਮ ਕਿੰਨਾ ਕੁ ਚਿਰ ਜਪਣਾ ਚਾਹੀਦਾ? ਅੱਜ ਕੱਲ੍ਹ ਵੀ ਬਹੁਤਾ ਹੀ ਪੁੱਛਦੇ ਰਹਿੰਦੇ ਆ, ਭਾਈ ਗੁਰੂ ਤੋਂ ਪੁੱਛ ਲਓ, ਮਨੁੱਖ ਦੇ ਦੱਸੇ ਤਾਂ ਯਕੀਨ ਨਹੀਂ ਆਉਣਾ। ਸਤਿਗੁਰੂ ਕਹਿੰਦੇ ਉੱਠਦਿਆਂ ਤੇ ਬਹਿੰਦਿਆਂ ਹੋਇਆ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ। ਹਰੀ ਦੇ ਗੁਣਾਂ ਨੂੰ ਗਾਉਣ ਤੋਂ ਮਿਲੇਗਾ ਕੀ ਜੀ? ਦੁਖ ਦਰਦ ਭ੍ਰਮ ਭਾਗਾ। ਮਹਾਰਾਜ ਕਹਿੰਦੇ ਉੱਠਦਿਆਂ ਬੈਠਦਿਆਂ ਨਾਮ ਜਪੇਗਾ, ਉਹਨਾਂ ਦਾ ਜੰਮਣ ਮਰਨ ਦਾ ਦੁੱਖ, ਅਵਿਦਿਆ ਦੀਆਂ ਦਰਦਾਂ, 5 ਪ੍ਰਕਾਰ ਦਾ ਭਰਮ ਜਿਹੜਾ ਭਾਗਾ ਨੱਸ ਜਾਵੇਗਾ, ਦੂਰ ਹੋ ਜਾਵੇਗਾ। ਜਿਹੜੇ ਜਪਦੇ ਉਹਨਾਂ ਦਾ ਹੋ ਰਿਹਾ, ਜਿਹੜੇ ਜਪਣਗੇ ਉਹਨਾਂ ਦਾ ਹੋਵੇਗਾ। ਜਿਹੜੇ ਜਪਦੇ ਸੀ ਪਿੱਛੇ ਉਹਨਾਂ ਦਾ ਹੋ ਗਿਆ। ਕਹੋ ਨਾਨਕ ਤਾਕੇ ਪੂਰ ਕਰਮਾ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਤੇ ਪੂਰੀ ਕਰਮਾਂ ਬਖਸ਼ਿਸ਼ ਹੈ। ਉਹਨਾਂ ਦੇ ਪੂਰੇ ਕਰਮਾਂ ਕਰਮ ਹਨ। ਫਾਰਸੀ ਦਾ ਅੱਖਰ ਮੰਨ ਕੇ ਕਰਮਾਂ ਬਖਸ਼ਿਸ਼ ਦਾ ਨਾਮ ਹੈ। ਦੇਸ਼ ਭਾਸ਼ਾ ਬੋਲੀ ਚ ਕਰਮ ਨਾਮ ਕਰਮਾਂ ਦਾ ਹੈ। ਉਹਨਾਂ ਦੇ ਪੂਰੇ ਕਰਮ ਚੰਗੇ ਸੋਹਾਨ ਪੂਰਬਲੇ ਭਾਗ ਲੇਖ ਤੇ ਕਰਮਾਂ ਉਹਨਾਂ ਤੇ ਬਖਸ਼ਿਸ਼ ਹੈ। ਕਿੰਨਾ ਤੇ? ਜਾ ਕਾ ਗੁਰ ਚਰਨੀ ਮਨ ਲਾਗਾ। ਜਿਨ੍ਹਾਂ ਦਾ ਭਾਈ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਹੈ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਹੈ, ਉਹਨਾਂ ਦੇ ਪੂਰੇ ਕਰਮ ਹਨ। ਪਰ ਚਰਨਾਂ ਦਾ ਬੜਾ ਭਾਰੀ ਰੌਲਾ ਹੈ। ਕਈ ਅੱਜ ਕੱਲ੍ਹ ਦੇ ਪਖੰਡੀ ਕਹਿੰਦੇ ਹਨ ਜੀ ਸਾਡੇ ਚਰਨ ਚੰਗੇ ਧੋ ਕੇ ਪੀ ਲਿਆ ਕਰੋ। ਖਾਲਸਾ ਜੀ ਚਰਨ ਕੇਵਲ ਗੁਰੂ ਕੀ ਬਾਣੀ ਦੇ ਹਨ। ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਚਿੱਤ ਚਰਨ ਨਾਮ ਗੁਰੂ ਕੇ ਜਿਹੜੇ ਸ਼ਬਦ ਰੂਪੀ ਚਰਨ ਹੈ, ਇਹਨਾਂ ਨੂੰ ਹਿਰਦੇ ਰੂਪੀ ਪੱਲੇ ਵਿੱਚ ਪ੍ਰੀਤ ਰੂਪੀ ਗੰਢ ਦੇ ਕੇ ਬੰਨ ਲੈਣਾ ਚਾਹੀਦਾ ਧਾਰਨ ਕਰਨ ਰੂਪ। ਫੇਰ ਬਹੁਤਾ ਆਨੰਦ ਆਵੇਗਾ। ਕਈ ਪਖੰਡੀ ਇੱਕ ਗੁਰਬਾਣੀ ਦੀ ਪੰਕਤੀ ਲੈ ਕੇ ਇਹਨਾਂ ਚਰਨਾਂ ਦਾ ਖੰਡਨ ਕਰਦੇ ਹੈ। ਉਹ ਕਹਿੰਦੇ ਚਰਨ ਸਾਲ ਕੇ ਧੋਏ ਧੋਏ ਪੀਓ। ਆਖਿਆ ਜੀ ਜਿਹੜੇ ਸਾਰਾ ਦਾ ਚਰਨ ਪਿਆ ਕਿ ਸਾਧ ਰੂਪ ਆਪਣਾ ਧਾਰਿਆ, ਗੁਰੂ ਸਾਹਿਬ ਨੂੰ ਸਾਫ ਸਿੱਧ ਕੀਤਾ ਤੇ ਇਹ ਸ਼ਬਦ ਹੀ ਚਰਨ ਹਨ। ਇਹ ਸਿਆਹੀ ਨਾਲ ਲਿਖੇ ਹੋਏ ਚਰਨ ਹਨ। ਇਹਨਾਂ ਨੂੰ ਪਾਣੀ ਨਾਲ ਧੋਵਾਂਗੇ, ਇਹ ਅੱਖਰ ਖੜ ਜਾਣਗੇ। ਇਸ ਵਾਸਤੇ ਚਰਨ ਨਹੀਂ ਰਹਿਣਗੇ। ਚਰਨ ਕੇਵਲ ਜਿਹੜੇ ਮਨੁੱਖਾਂ ਦੇ ਪੈਰ ਹੈ, ਇਹਨਾਂ ਨੂੰ ਕਿਹਾ ਖਾਲਸਾ ਜੀ ਮਨਮਤ ਹੈ। ਜਿਹੜੀ ਅਮੋਲਕ ਚੀਜ਼ ਹੋਵੇ ਉਹਦੇ ਵਰਤਣ ਦਾ ਤਰੀਕਾ ਵੀ ਅਨੋਖਾ ਹੋਇਆ ਕਰਦਾ ਹੈ। ਸਤਿਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਪ੍ਰੇਮ ਰੂਪੀ ਪਾਣੀ ਪਾ ਕੇ, ਭਾਵਨਾ ਰੂਪੀ ਹੱਥਾਂ ਦੇ ਨਾਲ ਮਲ ਮਲ ਕੇ ਚੰਗੀ ਤਰ੍ਹਾਂ ਕਰ ਭਾਵ ਕੇ ਜਿਵੇਂ ਆਉਂਦੇ ਸ਼ਬਦ, ਸੋ ਇਸੇ ਤਰ੍ਹਾਂ ਭਾਵਨਾ ਰੂਪੀ ਹੱਥਾਂ 'ਚ ਪਕੜ ਕੇ, ਪ੍ਰੇਮ ਰੂਪੀ ਪਾਣੀ ਪਾ ਕੇ, ਪ੍ਰੀਤ ਰੂਪੀ ਰਸਨਾ ਦੇ ਨਾਲ ਪੁਨः ਅਭਿਆਸ ਕਰਨ ਰੂਪ ਇਹ ਘੁੱਟਾਂ ਭਰ ਕੇ ਗਿਆਨ ਰੂਪੀ ਕਟੋਰੇ 'ਚ ਪਾ ਕੇ, ਸ਼ਰਧਾ ਰੂਪੀ ਬਾਤੀ 'ਚ ਪਾ ਕੇ ਇਹਨੂੰ ਹਿਰਦੇ ਰੂਪੀ ਸੋ ਮੰਦਰ ਦੇ ਵਿੱਚ ਖਾਲਸਾ ਜੀ ਜਾਂ ਘੜਾ ਕਹਿ ਲਈਏ,
ਇਹਨੂੰ ਭਰ ਲੈਣਾ, ਚੰਗੀ ਤਰ੍ਹਾਂ ਪੂਰ ਲੈਣਾ ਹੈ। ਵਿਸ਼ੇ ਵਿਕਾਰਾ ਰੂਪੀ ਤਪਸ਼ੇ ਪ੍ਰੇਮ ਰੂਪੀ ਜਲ ਮੇਟ ਦੇਵੇਗਾ। ਇਸ ਤਰੀਕੇ ਦੇ ਨਾਲ ਸ਼ਾਂਤੀ ਪ੍ਰਾਪਤ ਕਰਨੀ ਹੈ। ਜਿਨ੍ਹਾਂ ਦਾ ਐਸੇ ਚਰਨਾਂ ਦੇ ਵਿੱਚ ਮਨ ਟਿਕ ਗਿਆ ਹੈ, ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਉਹਨਾਂ ਤੇ ਪੂਰੀ ਬਖਸ਼ਿਸ਼ ਹੈ। ਜਿਵੇਂ ਭਾਈ ਨਿਹਾਲ ਸਿੰਘ ਜੀ ਕਵੀ ਨੇ ਸਤਿਗੁਰੂ ਕਲਗੀਧਰ ਦੇ ਚਰਨਾਂ ਦਾ ਨਿਰਣਾ ਕਰਦਿਆਂ ਕੁਝ ਅੱਖਰ ਕਹਿਣ 52 ਕਵੀਆਂ ਵਿੱਚੋਂ ਪ੍ਰੇਮੀ ਹੋਏ ਹੈ। ਜੋਈ ਪਾਲ ਲక్ష్ਮੀ ਝਸ ਤਮੰਜ ਦੀਨਾਨਾਥ ਹੈ, ਜੋਈ ਪਾਲ ਨਾਂਗੇ ਦੌੜੇ ਗਾਜ ਹੈ ਤੇਰੇ ਹੈ, ਜੋਈ पार गौतम की नार को सुखद पए, जोई पार नेतकी के पाछे पए चेरे हैं, जोई पाल रिखी मुनि सब सेवत है, जोई पाल काजी ने पकड़ कर फेरे हैं, साहब मुकंद महाराज श्री गुरु गोबिंद सिंह खोज खोज देखे सोई पाल तेरे है। ऐसे जिहड़े पवित्र चरण उन्हां च जिन्हां दा मन लग गया वो भागां वाले हन। टाइम जिन्ना प्रबंधकां ने दिता सी वो उन्ना हो गया है। 12 माह की कथा है खालसा जी, विस्तार साहब तो होनी नहीं। समय नूं मुख रखदे होया 7:30 ਤੋਂ 8:30 का टाइम दिता सी, सो 11 मिनट उपर टाइम कथा आरंभ हुई थी, 6 मिनट रहिंदे है। ਉਹਦੇ ਵਿੱਚ सूक्ष्म रूप से बेनती कर सकांगा क्योंकि प्रबंधकां दा हुक्म मनना जरूरी है। आने वाले समय जिहड़े बुलारे उन्हां दा विचार भी सुनना है। विस्तार साहब ने दस्सिया कुछ आ सकणागा, ਉਹਦੀ खिमा बख्शनी समय मुताबिक विसाख के महीने द्वारा सूक्ष्म रूप विच विचार सुनो। वैसाख तीरन क्यों वाडिया, विसाख के महीने द्वारा सच्चे पातशाह उत्तर दिंदे हन। तो अज दे महीने दी ते अज दे दिन खालसा खालसे दे जन्म दिन की खुशी दी सारी संगत नूं सवास सवास बधाई होवे। चोजी प्रीतम पुत्रां दे दानी ने कायरता नूं दूर करके वीरता भर के 1.25 लाख से एक लड़ाऊं, तबा गोबिंद सिंह नाम चिड़िया से मैं बाज चढ़ाऊं, तबा गोबिंद सिंह नाम कहाऊं। इन्हां बच्चों नूं अज दे दिन 1756 1699 ईस्वी विच आनंदपुर साहब केसगढ़ वाले अस्थान से खालसा जी सतगुरु ने कृपालता की है। मेरे चोजी प्रीतम का बड़ा भारी अनोखा इतिहास है। फिर समा लगा तो बेनती जरूर करांगा। 1723 विच अवतार धार के ते 1765 विच ज्योति जोत समा के 41 साल खालसा जी ते 9 महीने ते 28 दिन की उम्र विच 32 साल 11 महीने ते 2 दिन गुरता गद्दी करके इन्ने समय दे जिहड़े कौंत सतगुरु जी ने कीते है वो वर्णन करके दसे नहीं जा सकते। भावें किड्डा भी कोई लिखारी ते बुलारा होवे। बालक अवस्था विच कहीं प्रकाश हमारा भयो, पटना शहर विखे भव लियो कृपा कीती। 5 साल की उम्र तक जंग की आरंभता करनी, घड़े कच्चे भनने, फिर तीर मार के गागरा भननिया, सप्पां की कल्याण उन्हां गागरां विचों करनी। सो मोह का त्याग कराउणा, माया तो खालसे नूं बचण वास्ते अपने कंगण ला के नदी विच सुੱਟਣੇ, राणी मैणी की भावना पूरी करने वास्ते बाल लीला करदा दी गोद विच बैठ के पुत्र भावना पूरी करनी। सो खालसा जी बाल लीला करदे बच्चों की तरह राज नूं दंदियां चढ़ा के उन्हें चढ़ाउणा ते बच्चों नूं नाल लैके फौज बनाउणी। जिवें अजकल फौजां बनाईयां जांदियां ऐसे काम करने। सतगुरु चोजी प्रीतम गुरु तेग बहादुर पहला उत्थों वापस आउंदियां कांसी विच गंगा प्रगट करनी माता नूं इशनान कराउण वास्ते, फिर आनंदपुर साहब पहुंचना। छोटी जी उम्र विच इन्हां अज दे अकिरत घाण हिंदुआं दी राखी करने वास्ते अपने पिता नूं सीस देण वास्ते दिल्ली भेजना, तिलक जन्नू की राखी करने वास्ते प्रेरणा करनी। फिर छोटी जी अवस्था विच गुरता गद्दी दे मालक बनना, गुरता गद्दी दे मालक बन के खालसा जी अपने पिता का सीस लैके भाई जैता जी द्वारा संस्कार करके रंगरेटे गुरु के बेटे कह के ते संस्कार के टाइम से अंगीठे के दूजे पासे होके अपने पिता का हक लैण वास्ते दिल्ली की खबर सुन के उतों की कायरता सुन के वीर रस विच आके बचन कहने कि अज हजारों की सैकड़ियां की गिनती विचों 1400 सिखां दा घर है दिल्ली विच। सो उन्होंने कायरता की है, साडे पिता नूं
प्रगटता सहित होके सत्कार नहीं किया। लोके भावें भाई लखी शाह वंजारे वर्गियां ने सेवा की है, पर असीं ऐसा खालसा पैदा करांगे जिहड़ा लखां विच खड़े दा पता लगेगा, दस्सण दी लोड़ नहीं पवेगी। और अज फिर बदकिस्मती ਦੀਆਂ निशानियां सामने आ रही हैं। किरपाना भी पाइया, कशहरे भी पाए है, पर किरपाना थले दी रात नूं सराहने ते किली ते रात नूं गंदियां नालियां विच डिगना, बुरियां हालतां हो रही। पर चोजी प्रीत ने ऐसा खालसा नहीं पैदा किया। महाराज तां कहंदे जबला खालसा रह नियारा, तावला तेज दिओ मैं सारा, खालसा खास कहावा सोई, जाके हृदय भरम न होई। ओहदा नाम है खालसा जी। खालसा ते सानू तां यही भरम है, अमृत छकीए कित्थों छकीए, अमृत छकीए ना छकीए, खंडे दा छकीए, कन्ना मन्ना कुर्रू वाला तो छकीए, सतगुरु नूं मन्नीए, जंड नूं संधूर पुकीए। ये भरम ही नहीं सानू छड्डदे, खालसे असीं कित्थों बन गए। पर कलगीधर ने खालसा पैदा किया, निडरता सहित बचन पूरे किए, बाता तैयार किया, मठास भरी, पानी पा के शीतलता भरी, खंडा खड़का के वीरता भरी, बाणियां पढ़ के ब्रह्म ज्ञान की दात बख्शी, एकाग्रता बख्शी, खंडे की धार द्वारा खालसा जी अपना हक लैण की सिक्ख्या बख्शी। तो खंडा दूजे पासे नूं प्रेरण के टाइम से औगुणा के त्याग करने की सिक्ख्या दी, अपने वाल नूं खंडा खिच्चण ते गुणा के धारण करने की सिक्ख्या दी। ये गुण बख्शिश कीते, पंजा ककारां दी रहत बख्शी, क्यों वज्र करैतां दा त्याग कराया, पंजा ककारां दी रहत बख्श के उन्हां तो गुण धारण की सिक्ख्या दी। फिर पंजा प्यार तो आप अमृत छकिया, गुरु चेले की संधि जोड़ी। ये कृपालता की है, पर इस कृपालता कर तो पहला भगानी का जंग करके भाई नंद चंद वर्गियां नूं कंबोल दे के भीम चंद राजे की लड़की के विआह ते भेजना, उन्होंने बेईमान होना, भाई नंद चंद ने वापस आना, उन्होंने दंद खट्टे करने ते नदाउण दे विच जंग होना, पहलूरिए वर्गियां नूं चंगी तरह शिकस्त देनी। उदों पिछों खालसा जी ये अमृत की तैयारी हुंदी है। अमृत की तैयारी करके चिड़ियां तो बाग चढ़ा के खालसे की कैरता दूर करके खालसा रूप बख्श करके चोजी प्रीत ने फौज तैयार की, रणजीत नगारा बनाया। रणजीत नगारा बनाने तो कुछ डरपोका ने माता अगे बेनती की, पिता ने उत्तर दिता। सतगुरु सच्चे पातशाह ने अपनी माता जी, माता जी जिन्हां दा तुसीं सानूं भय दिंदे हो, असीं कोई कलीब नहीं हाँ, असीं कोई खुसरे नहीं हाँ, असीं अकाल पुरख के पुत्र हैं। खालसा अकाल पुरख की फौज असीं साथ दिता है, गिण गिण के इन्हां लोकां तो हक लवांगे। फिर उन्होंने सतगुरु के चरणों में आना, मुआफियां मंगनियां। पहाड़िए राजा ने, गुरु साहब ने इन्हां दी झूठी इस सौं नूं सिद्ध करना, सोने दियां तारां वाले वस्त्र, पहला गूना भर के टुटे फुटे वस्तुआं दियां लद के खजाने का रूप दे के उस नूं बाहर कढना। उन्होंने लुटण पैना। तुरकां ने कुरान की सौं खाधी, इन्हां टोपियां वालियां ने अपनी मां गऊ की सौं खाधी, फिर मुकर गए। सतगुरु ने खालसे नूं कहना, खालसा जी केवल 8 दिन कट लो, दिल्ली का तख्त भी दुनिया का तख्त बख्श देवांगे। पर भुख के दुखों तंग होके खालसा ने माता नूं बेनती करके सतगुरु अगे हाथ जोड़ने। सच्चे पातशाह ने कहना बदावा लिखो, बदावा लेके खालसा जी खालसे ने निकलना। 700 ने सरसे विच रुड़ जाना। चोजी प्रीत ने आनंदपुर का किला छड्ड के नरमोहगढ़ किले ते पहुंच के दस्तारा अपना सिर तो ला के कंगा करना। कंगा करते टाइम से तुरकां ने तोप चलाउणी, तोप चलाउण दे टाइम तो चोजी प्रीत की बचत होनी। सच्चे पातशाह ने उस वेले तीर छिंद के चला के तोप जी नूं मार के बेहस्त नूं भेजना। सीट ते दस्तारा सजा के सरसे पहुंचना। सरसे पहुंच के खालसा जी तुरकां नाल जंग करना, आप सरसा पार करके अमृत वेले आसा दी वार दा कीर्तन करना। जेड़े बाबा जीवन सिंह जी जिन्होंने आप अज हरिजन कहने, पछड़ियां श्रेणियां कहने हैं, गुरु साहब ने रंगरेटे कह के छाती नाल लाया है, वो बाबा जीवन सिंह जी सतगुरु तेग बहादुर साहब का सीस लियाए। उन्होंने सरसे ते शहीदी पाउणी। बाबा अजीत सिंह जी ने घेरे विच आउणा, उदय सिंह नूं भेज के बाबा अजीत सिंह नूं जंग विचों छड़ाउणा। बाबा अजीत सिंह ने कलगीधर दे पास पहुंचना, उदय सिंह ने उत्थे शहीदी देनी। चमकौर की गढ़ी विच पहुंचना, अपना रणजीतगढ़ वाले स्थान से आसन लाउणा ते जो गढ़ी का मालक सी उसने मुकरना।
चौजी प्रीतम ने छोटी ताकी विच दी लंघ के गढ़ी विच प्रवेश होना। 40 ਸਿੰਘਾਂ ने 8 ਮਹੀਨਿਆਂ ਦੇ ਭੁੱਖਿਆਂ ने बाग की तरह जंग करना। मदन सिंह ते कोठा सिंह पछड़ियां सैनियां विचों हरी दिनां विचों पहले पंजां विचों पहरे ते लगना। 35 ਸਿੰਘਾਂ ने चढ़ाई करनी। भाई संत सिंह, संगत सिंह, दया सिंह, धर्म सिंह ते मान सिंह इन्हां पंजां दी बेनती प्रवान करके गढ़ी दा त्याग करना। संत सिंह ते संगत सिंह ने इत्थे शहीदी देनी। बाकी तिन्हां प्यारे ने बाहर निकलना। चौजी प्रीतम ने गढ़ी विचों ताड़ी मार के जाना ते तीर मार के तुरकां दीयां मसालां बुझाउणीआं। माछूवाड़े दे जंगलां च विचरना। उत्थे जाके टेंट दा सराहना ला के सौना। मान सिंह जी ने जाके चरण पलोसने का चौर बरदार सी। उतों चौजी प्रीतम जी नूं अपने गधेड़ियां ते चुक के लिजाना ते गुलाबे दे घरे पहुंचना। मोहरा सुटणियां। नबी खां ते गनी खां जेड़े सी इन्हां ने श्रद्धालु बनना। ओचदा पीर बन के चौजी प्रीत ने इथों निकलना। रेणू साहब ते कटानी साहब होर रास्ते चरण पा के जीवां दी कल्याण करनी। आलमगीर पहुंचना। बाबा मनी सिंह दे छोटे भाई नगाईए जी तो घोड़ा लैके सो अखाड़े नगर विच पहुंचना जिथे बाबा गुरबचन सिंह जी खालसा पिंडरां वालियां दे सो जन्म स्थान नगर है जेड़ा जो 7वें थां माता सेवी जी सी उन्हें कलगीधर नूं दुध पियाउणा। सच्चे पातशाह ने वर देना। कलगीधर दे बचनां नाल बाबा गुरबचन सिंह जी खालसा दा जन्म होना। इथों अगे खालसा जी होर पिंडां विच दी विचर के लंबे जटपुरे आल भाग धरती नूं ला के ते कोट कपूरे पहुंचना। कोट कपूरे पहुंच के कपूरे ने बेमुख होना। ओले मुंह ते खेले तोबरा चढ़ना बचन निकलना। ढिलमी पहुंच के नील वस्त्र दे कपड़े फारे तुर्क पठानी अमल गया दे बचन कहने। कौल ने मुकरना कि कपूरे दियां जड़ा मेरे पेट च लगियां होईयां ओले पेट फटन दा बचन होना। फिर परिवार ने मुआफी मंगनी। इथों अगे सच्चे पातशाह ने खदराने की ढाब मुक्तसर साहब पहुंचना ते टुट्टी गढ़ण वास्ते माता भाग कौर ने मान सिंह जी होना नूं नाल लैके जाना ते उथों दियां लोकां ने पंचायतां लैके गुरु साहब नाल राजीनामे दीयां गल्लां करनियां। जिवें अज भी विचोले पए फिरदे आ। विचोले भी ओह पए फिरदे आ जिहड़ियां दे वडेरियां ने 47 दे विच अपनियां फैक्टरियां नूं कायम रखण वास्ते सिख कौम नूं वेचिआ। अज भी उन्हां लोकां दे पुत्र भतीजे विचोलियां करदे फिरदे आ। खालसा पंथ दा समझौता कराउण वास्ते कई लोग भुल्लड़ ना किरपान तेर ते ना कशहरा ते ना बाणी कंठ ते किरपान दे फैसले कराउंदे फिरदे आ। इसे तरह ओले भी पंचायतां पहुंचियां। चौजी प्रीत ने ताड़ना करनी और तुसी गुरु हो के सिख हो। कहंदे जी सिख हां। फिर सिख सिक्ख्या लैंदा हुंदा कि सिक्ख्या दिंदा हुंदा? जी सिक्ख्या लैंदा है। जदों असीं चक्कियां पीसियां उदों तुसीं कित्थे सी? जदों असीं तत्ती तवी ते बैठे उदों तुहाडे वडेरे कित्थे सी? जदों असीं पिंजरे च बंद सी दिल्ली विच 9वें स्वरूप विच उदों तुसीं कित्थे सी? जदों साडियां मासूमां ने कंध च खड़ो के सीस दित्ता उदों तुहाडे वडेरे समझौते वाले कित्थे सी? जाओ चले जाओ तुहाडे कच्चे पिल्लियां दी सानूं कोई लोड़ नहीं। खालसा जी उत्थों वापस मुड़ना। चौजी प्रीत ने टिब्बी साहब ते ठहरना। सतगुरु गरीब नवाज सच्चे पातशाह ने उसे वीर आसन से होकर तीर चलाने। सिंघां ने विचार करके अपने शीश भेटा करने। जंग विच महा सिंह ने टुट्टी बनाउणी। चौजी प्रीत ने प्यारियां दी सेवा वेख के प्रसन्न होना। मेरा 5000 ही 10 15 20 25,000 ही बचन कह के छाती नाल लाउणा ते भाई महा सिंह नूं अपनी गोद विच रख के सामने बैठ के बदावा पाड़ना। जे साडे वर्गा हुंदा ते कुर्सी मंग लैंदा पर पुत्रां दे दानी दी गोद च पए ने कहा सतगुरु जे टुटे हो ते कृपा करके जोड़ दे टुटी हुई गंढ लवो। खालसा दी गंढाई। उथों अगे सतगुरु दमदमे साहब पहुंचे। अमृतमयी गुरु की बाणी एक ओंकार तो लैके 18 10 20 तक समेत रागमाला ने कई प्रेमियों को अजकल रागमाला नाम सुन के दर्द होंदा है। चौजी प्रीत ने रागमाला समेत बाणी उचारी है। 9 महीने 9 दिन 9 घड़ियां ते 9 पलां विच बाणी उचार के 48 सिंघां नूं अर्थ पढ़ाए जिन्हां विच बाबा मनी सिंह साहब जी शहीद ते बाबा दीप सिंह जी शहीद। जेड़ी टकसाल दमदमा साहब तो चली 10 तो पहला 13 महात्मा होए है। बाबा दीप सिंह जी साहब तो प्रमुख सेवादार से टकसाल दे। सो खालसा जी उत्थे सतगुरु ग्रंथ साहब जी दे विच
9वें पातशाह की बाणी दर्ज की, 25 सिंघां नूं करतारपुर भेजिया। धीरमल ने मुकरना, ताना मारना, सतगुरु ने बाबा मनी सिंह नूं लिखारी ला के जिन्ना समा मैं पहला दस्या संगत नूं उन्ने समय विच किरपा करनी, उत्थे लिखण सर बनाउणा, अमृत दे बाटे भर के सरोवर विच पाउणे, बैल बुद्ध वालियां नूं उत्थे कुविंद बनाउणा ते खालसा जी अगे दखण दे इलाके नूं पियाना करना, नौर आलके दे इलाके च विचरना, बाजा नूं मोत खवाउने, बाजरी खवाउणी। ये चौजी प्रीतम दे कौतकान। हजूर साहब पहुंचना, उत्थे 14 महीने रह के बाबा निधान सिंह जी लंगर स्थान से 10वीं की कथा पढ़ाउणी खालसे नूं। सो भावें जात की कथा आनंदपुर साहिब विच पढ़ाई है, 5 प्यारे ते 5 मुक्ते ते ज्ञानी मोहर सिंह जी वर्गे जिहड़े ब्रह्म ज्ञानी सन लिखारी, उन्हां ते इत्थे कृपालता कीती है। बाकी 10वीं की बाणी के अर्थ 14 महीने रह के हजूर साहब पढ़ाए। नगीना घाट वाले स्थान से नगीना सुटना, शिकार घाट वाले स्थान से मूले खतरी का उधार करना, ते हीरा घाट वाले शिकार से हीरा सुट के फिर प्रगट करना, बंदा सिंह बहादुर के स्थान से पहुंच के पणगे से बैठना ते ओदे गुरु की कल्याण करनी। जदों उन्हें मान किया, वीर भेजे मंजा ना उल्टिया। सतगुरु के पास आए, महाराज ने पूछा तेरा नाम की है? कहता जी मेरा नाम बंदा है। महाराज कहते बंदियां वाले काम है, घरे आए किसी की इज्जत ला देनी, घरे आए तो वैरी का सत्कार करी रहा ते तू घरे आए नहीं पग लाउणी चाहुंदा है, बंदियां दे काम नहीं जी, बंदा बना दिओ। चौजी प्रीतम ने कृपा करनी, श्री साहब गात्रे वाली देनी, दया सिंह ने रोकना ते 5 तीर देने। महाराज ने पूछा तेरा गुरु किथे पिछले जन्म का? कहना जी पता नहीं, कमीठ दे दरख्त कमीठ ओनू कहंदे आ, तुमे वर्गे हुंदे आ, और फल जिहड़ी संगत गई उन्होंने वेख्या दास काफी चिर उत्थे रहा, दर्शन तो करदा रहा, ओदी चटनी बनदी चंगी। सो खालसा जी वो कमीठ दा फल तोड़ के चौजी प्रीतम ने बंदे नूं कहा इहनूं भन्न। जदों भन्निया तां कीड़ा बनिया, कमीठ दे फल च ओहदा गुद्दा खांदा विखा दित्ता। ओहदे गुरु दी कल्याण कीती। उथों खालसा जी वापस पंजाब नूं भेजिया, इत्थे समाने आल के सनौरे नूं ढाया। उत्थे सतगुरु जी ने रह के 14 महीने जीवां दी कल्याण करके, उस तरह भावें ज्यादा समा रहे हैं पर 14 महीने च 10वीं बाणी दे अर्थ करवा दिते ते 1765 बिक्रमी कतक सुदी 5वीं वाले दिन सचखंड नूं पियाना, कतक सुदी दूज नूं गुरता गद्दी गुरु ग्रंथ साहिब नूं दित्ती है ते कतक सुदी 5वीं वाले दिन पियाना किया। ये मेरे चौजी प्रीतम जी ने खालसे नूं महान देन दित्ती है। खालसा जी अपना रूप बख्शिया है, ओदा रूप बन के गुणा दे सहत होकर वैरियां दा टाकरा करिए। आपस में भी फुट का शिकार नहीं होना चाहिए। वर्तमान समय की शिकार जी अत्याचार कर रही है, इन्हां नूं वेख के घबरावो ना। जो साहबजादे ते वजीदे ने वार किया, उन्होंने कोई पता नहीं सी कि कलगी तारण हजूर साहब पहुंच गए हैं, मैं सुख दी नींदे सुता रहांगा। पर यह चेता नहीं सी कि मेरी छाती से घोड़े के पैर भी टिकणगे ते बंदा सिंह आके मैनूं टुकड़े टुकड़े करेगा। पर जो वरती नहीं पता उदों लगेगा। अज के वर्तमान वजीदे नूं भी मुख्यमंत्री पंजाब का जिहड़ा दरबारा है, इहनूं माण है, इहदी छाती से कोई प्रेमी गुरु का खालसा जो इहो जिहा पहुंचिया, इहनूं ओहदा चेता आउणा है। ते ऐसा समा भयानक वेख के घबराउणा करे सिख नूं नहीं चाहिए। गुरु की बाणी ते यकीन करो, पूरे का किया सब कुछ पूरा, घाटवाद किछ नाही। वैसाख धीरन क्यों वांढिया, विसाख के महीने द्वारा मारे कहंदे है, वांढिया नाम इत्थे विछोड़े दा है। जिन्हां जिन्हां दा विछोड़ा पिया है वो किवें धीरज कारण, जिन्हां दा सतियां दा पतियां नालों विछोड़ा पिया किवें धीरज होवे उन्हां नूं। जिन्ना प्रेम विचो, जिन्हां दा भाई प्रेम नालों विछोड़ा प्रेम नहीं, जिन्हां दा गुरु घर नाल। हर साजन पुरख विसार का, हरि सजन पुरख नूं भुला दिता जिन्हां ने। लगी माया तो शाल रूप माया दा लगा पिया, दिने रात माया मनो ना रीसरै, मांगा दमा दम गोलकां विचों 2800 कढ लैंदे हन। पुत्र कलतर ना संग धना, भाई ना पुत्र जाना नाल ते ना कलतर जाना। तू आलक तो राखी करने वाला जिहड़ा होवे उहनूं कलतर कहंदे आ, आ पुत्र कहंदे हन। बर्मा जी ने जो देखा कि श्रेष्ठी वादी नहीं, रिखी कोई गृहस्थ मार्ग विच नहीं पैंदा, उस वेले रिखी नूं सद के सदा दिता कि रिखी जनो जे पुत्र पैदा करोगे मुड़ के तुहाडी कल्याण वास्ते सराह लालक करनगे,
ਤੇ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਰਿਖੀਆਂ ਨੇ ਰਾਜਾਂ ਦੇ ਅੱਗੇ ਧਰਨੇ ਮਾਰੀ ਰੱਖਣੇ, ਪੁੱਤਰੀ ਦੇ ਪੁੱਤਰ ਪੈਦਾ ਕਰਨਗੇ। ਸੋ ਉਹਨੂੰ ਪੁੱਤਰ ਕਹਿੰਦੇ ਹਨ, ਜਿਹੜਾ ਅੱਗੇ ਕਲਿਆਣ ਕਰਾਉਣ ਵਾਸਤੇ, ਗੱਤ ਕਰਾਉਣ ਵਾਸਤੇ ਕੁਝ ਕਰੇ। ਪੁੱਤਰ ਕਲੱਤਰ ਕਾਲ ਧਾਤੂ ਨੂੰ ਧਾਰਨ ਕਰਨ ਵਾਲੀ ਜਿਹੜੀ ਤਾਰ ਇਸਤਰੀ ਹੈ, ਤਾਰ ਨਾਮ ਧਾਰਨ ਦਾ ਕਰਨ ਦਾ ਤੇ ਕਾਲ ਨਾਮ ਧਾਤੂ ਦਾ ਹੈ। ਕੱਲ ਧਾਤੂ ਨੂੰ ਧਾਰਨ ਕਰਨ ਵਾਲੀ ਇਸਤਰੀ ਜਿਹੜੀ ਹੈ ਇਹ ਵੀ ਨਾਲ ਨਹੀਂ ਜਾਵੇਗੀ, ਧਨ ਵੀ ਨਾਲ ਨਹੀਂ ਜਾਵੇਗਾ। ਨਾ ਸੰਗ ਹਰਿ ਅਵਨਾਸੀ ਉਹ ਹਰਿ ਅਵਨਾਸੀ ਨਾਸ ਹੋ ਰਿਹਾ ਤੋ ਪਰਮੇਸ਼ਰ ਆਤਮਾ ਦਾ ਲੱਖ ਅਰਥ। ਪਲਚ ਸਗਲੀ ਮੋਈ ਫਸ ਫਸ ਕੇ ਸਾਰੀ ਮਰ ਗਈ ਸ੍ਰੇਸ਼ਟੀ, ਧੰਦਿਆਂ ਵਿੱਚ, ਵਿਹਾਰਾਂ ਵਿੱਚ, ਮਾਇਆ ਵਿੱਚ, ਝੂਠਾ ਧੰਦਾ ਮੋਹ, ਝੂਠੇ ਧੰਦਿਆਂ ਵਿੱਚ ਤੇ ਝੂਠੇ ਧੰਦੇ ਦੇ ਮੋਹ ਵਿੱਚ। ਇੱਕ ਸੋ ਹਰ ਕੇ ਨਾਮ ਬਿਨਾ, ਇੱਕ ਹਰੀ ਪਰਮੇਸ਼ਰ ਵਾਹਿਗੁਰੂ ਮੰਤਰ ਨਾਮ ਤੋਂ ਬਗੈਰ ਅੱਗਾ ਲਈਆ ਖੋ, ਅੱਗਾ ਸਾਰਾ ਖੋਹ ਲਿਆ, ਵਿਗਾੜ ਲਿਆ ਜੀਵਾਂ ਨੇ। ਦਈਓ ਵਿਸਾਰ ਵਿਗੁਚਣਾ, ਦਈਓ ਨਾ ਭਾਈ ਪ੍ਰੇਰਕਦਾ ਹੈ। ਕਈ ਕਹਿੰਦੇ ਦੱਜ ਖਰੇ ਖਿੱਤੇ, ਕਹਿੰਦੇ ਪਾਠਕਾਂ ਨੂੰ ਮੈਂ ਬੇਨਤੀ ਕਰਾਂਗਾ, ਗ੍ਰੰਥੀਆਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਵੀ, ਕਹਿੰਦੇ ਦੱਜ ਵਿਸਾਰ ਵਿਗੁਚਣਾ। ਦੱਜ ਨਾਮ ਤਾਂ ਸੜਨ ਦਾ ਹੁੰਦਾ ਤੇ ਸਾਰ ਦਾ ਅਗਿਆਨ ਹੈ, ਤੇ ਨਾਮ ਅੱਗੇ ਖਰਾ ਵਿਸਾਰ ਦਾ। ਤੇ ਜਿਨ੍ਹਾਂ ਨੇ ਅਗਿਆਨ ਨੂੰ ਵਿਸਾਰ ਦਿੱਤਾ ਉਹਨਾਂ ਨੇ ਕੜਾ ਵਿਗੁਚਣਾ ਖਰਾਬ ਹੋਣਾ, ਕਦੇ ਨਹੀਂ ਖਰਾਬ ਹੁੰਦੇ। ਖਰਾਬ ਉਹ ਹੁੰਦੇ ਆ ਜਿੰਨੇ ਗਿਆਨ ਨੂੰ ਵਿਸਾਰਦੇ ਹੈ। ਇਸ ਵਾਸਤੇ ਜਿੱਥੇ ਯਈਏ ਨੂੰ ਅੱਖਰ ਹੋਵੇ ਤੇ ਪਿੱਛੇ ਦੱਦਾ ਹੋਵੇ, ਉੱਥੇ ਦਈਓ ਪਾਠ ਕਰਨਾ। ਜਿੱਥੇ ਯਈਏ ਨੂੰ ਸਿਹਾਰੀ ਹੋਵੇ ਉੱਥੇ ਦਈਏ ਕਰਨਾ। ਦਈ ਪਾਠ ਨਾਮ ਪ੍ਰੇਰਕ ਦਾ ਹੈ। ਦਈਓ ਵਿਸਾਰ ਵਿਗੁਚਣਾ, ਜਿਨ੍ਹਾਂ ਨੇ ਦਈਓ ਪ੍ਰੇਰਕ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ, ਉਹਨਾਂ ਨੂੰ ਅੰਤ ਨੂੰ ਵਿਗੁਚਣਾ ਖਰਾਬ ਹੀ ਹੋਣਾ ਪੈਂਦਾ ਹੈ। ਪ੍ਰਭ ਬਿਨ ਅਵਰ ਨਾ ਕੋ, ਪ੍ਰਭੂ ਪਰਮੇਸ਼ਰ ਤੋਂ ਅਵਰ ਹੋਰ ਸਥਾਨ ਤੇ ਕੋਈ ਨਹੀਂ। ਪ੍ਰੀਤਮ ਚਰਣੀ ਜੋ ਲਗੇ, ਜੋ ਪਰਮੇਸ਼ਰ ਦੇ ਚਰਨੀ ਲੱਗੇ ਹਨ ਭਾਈ, ਜਿਨਕੀ ਨਿਰਮਲ ਸੋਏ। ਉਹਨਾਂ ਦੀ ਸ਼ੋਭਾ ਨਿਰਮਲ ਹੈ ਦੁਨੀਆਂ ਦੇ ਵਿੱਚ, ਉਹਨਾਂ ਦਾ ਵਿਗਾੜ ਕੋਈ ਕੱਖ ਨਹੀਂ ਸਕਦਾ, ਭਾਵੇਂ ਲੱਖ ਈਰਖਾ ਕੋਈ ਕਰੇ, ਕਰਦੇ ਅਬਿਅੰਤ। ਨਾਨਕ ਕੀ ਪ੍ਰਭ ਬੇਨਤੀ, ਮਹਾਰਾਜ ਕਹਿੰਦੇ ਸਾਡੀ ਤਾਂ ਇਹ ਪਰਮੇਸ਼ਰ ਬੇਨਤੀ ਹੈ, ਪ੍ਰਭ ਮਿਲਾ ਪ੍ਰਾਪਤ ਹੋ। ਇਹ ਪਰਮੇਸ਼ਰ ਸਾਨੂੰ ਮਿਲੋ, ਜਿਨ੍ਹਾਂ ਨੂੰ ਪ੍ਰਾਪਤ ਹੋਏ ਉਹਨਾਂ ਦੁਆਰਾ, ਤੇ ਪ੍ਰਭ ਮਿਲੋ ਪ੍ਰਾਪਤ ਹੋਏ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪ ਮਿਲੇ ਹੋ ਉਹਨਾਂ ਨਾਲ ਸਾਨੂੰ ਮਿਲਾ ਦਿਓ, ਜਿਸ ਕਰਕੇ ਆਪ ਪ੍ਰਾਪਤ ਹੋ। ਇਹ ਪ੍ਰਾਪਤ ਰੂਪ ਵੈਸਾਖ ਸੁਹਾਵਾ ਤਾਂ ਲਗਾ, ਮਹਾਰਾਜ ਨੇ ਵਿਸਾਖ ਸ਼ੌਕ ਵਾਸਤਾ ਰੂਪ, ਵਿਸਾਖ ਦਾ ਮਹੀਨਾ, ਜਨਮ ਰੂਪੀ ਵਿਸਾਖ ਦਾ ਮਹੀਨਾ ਸੋਭਨੀਕ ਤਾਂ ਲੱਗਦਾ ਹੈ ਭਾਈ ਕਿਹਨਾਂ ਨੂੰ, ਜਾ ਸੰਤ ਭੇਟਾ ਹਰ ਸੋਏ। ਜਿਹੜੇ ਸੰਤ ਹਰੀ ਪਰਮੇਸ਼ਰ ਨੂੰ ਮਿਲੇ ਆ ਤੇ ਜਿਹੜੇ ਗਾ ਉਹਨਾਂ ਨੂੰ ਮਿਲ ਜੇ, ਉਹਨਾਂ ਨੂੰ ਵਿਸਾਖ ਦਾ ਮਹੀਨਾ ਸੋਭਨੀਕ ਹੈ। ਇਹਦਾ ਵਿਸਤਾਰ ਤਾਂ ਭਾਵੇਂ ਬੇਅੰਤ ਹੈ, ਪਰ ਸਮਾਂ ਬਹੁਤ ਜ਼ਿਆਦਾ ਲੱਗ ਗਿਆ। ਹੋਰ ਬਣਾ ਕੇ ਆਪਣੇ ਵਿਚਾਰ ਦੱਸਣੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨ, ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਜੀ ਨੇ ਸੋ ਅੱਜ ਜੋ ਸਿੱਖ ਕੌਮ ਨੂੰ ਸੱਦਾ ਦਿੱਤਾ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ 1 ਲੱਖ ਵਲੰਟੀਅਰ ਇਕੱਤਰ ਕਰਕੇ ਕਿ ਜੋ ਕੌਮ ਦੇ ਉੱਪਰ ਤਸ਼ੱਦਦ ਤਸੀਹੇ ਦਿੱਤੇ ਜਾ ਰਹੇ ਹਨ, ਦੁੱਖ ਦਿੱਤਾ ਜਾ ਰਿਹਾ ਹੈ, ਉਹਨਾਂ ਦੀ ਨਿਵਰਤੀ ਸੰਬੰਧੀ ਵਿਚਾਰ ਕਰਨੇ ਹਨ। ਉਹ ਵੀ ਆਪਾਂ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸਰਵਣ ਕਰਕੇ ਤੇ ਉਸ ਹੁਕਮ ਨੂੰ ਮੰਨ ਕੇ ਉਸ ਤੇ ਸਾਰੀ ਸਿੱਖ ਸੰਗਤ ਨੇ ਫੁੱਲ ਚੜਾਉਣੇ ਹਨ। ਉਸ ਤੋਂ ਪਹਿਲਾਂ ਜੋ ਪ੍ਰਬੰਧਕਾਂ ਵੱਲੋਂ ਵਿਚਾਰ ਹੈ ਪ੍ਰੋਗਰਾਮ ਮੁਤਾਬਕ ਉਹ ਸੁਣ ਕੇ ਲਾਭ ਉਠਾਈਏ। ਦਾਸ ਤੋਂ ਬੋਲਦਿਆਂ ਅਣਜਾਣ ਕੋਨੇ ਵਿੱਚ ਕੋਈ ਗਲਤੀ ਹੋ ਗਈ ਹੋਵੇ, ਸੰਗਤ ਦੇ ਦਰ ਦਾ ਸੇਵਾਦਾਰ ਜਾਣ ਕੇ ਛੋਟਾ ਸਮਝ ਕੇ ਸਾਰੀ ਸੰਗਤ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।